ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਤਨ ਤਨ ਹੋਸੀ ਛਾਰ ਜਾਣੈ ਕੋਇ ਜਨ। ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਜੀਵਨ ਪਦ ਨਿਰਵਾਣ ਇਕੋ ਸਿਮਰਿਐ। ਦੂਜੀ ਨਾਹੀ ਜਾਇ ਕਿਨ ਬਿਦ ਧੀਰਿਐ। ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਨਾਮ ਬਿਨਾ ਨਾਹੀ ਕੋ ਬੇਲੀ। ਬਿਖਲਾਦੀ ਸਿਰ ਭਾਰਾ। ਹੁਕਮ ਆਇਆ ਹੁਕਮ ਨ ਬੂਝੈ। ਹੁਕਮ ਸਵਾਰਨ ਹਾਰਾ। ਨਾਮ ਗੋਬਿੰਦ ਕਾ ਸਦਾ ਲੀਜੈ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ। ਨਾਮ ਗੋਬਿੰਦ ਕਾ ਸਦਾ ਲੀਜੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ। ਤਿਨੀ ਵਿਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਬਿਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸਦਾ ਜਿਉ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਉ ਲਾਹਾ ਖਟਿਓ ਦਿਹਾੜੀ। ਇਹ ਤਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਤਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਧੰਨ ਧੰਨ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਦੀ ਵਿਚਾਰ ਅੱਗੇ ਵਧਾਉਂਦੇ ਹੋਏ ਸਾਨੂੰ ਫਰਮਾਉਂਦੇ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਸਾਧ ਸੰਗਤ ਜੀਓ, ਸਾਰੀ ਸੰਗਤ ਦੇ ਚਰਨਾਂ 'ਚ ਪ੍ਰਣਾਮ। ਗੁਰਬਾਣੀ ਵਿਚਾਰ ਦੇ ਪਤਵੰਤੇ ਸਤਵੰਤੇ ਗੁਰਮੁਖ ਜਨੋ, ਸਾਰਿਆਂ ਨੂੰ ਦੁਬਾਰਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਜਿਸ ਤਰ੍ਹਾਂ ਦੀ ਅਗਨੀ ਪੇਟ ਵਿੱਚ ਹੁੰਦੀ ਹੈ, ਮਾਂ ਦੇ ਗਰਭ ਵਿੱਚ ਹੁੰਦੀ ਹੈ, ਉਹੋ ਜਿਹੀ ਮਾਇਆ ਬਾਹਰ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਮਾਇਆ ਔਰ ਅਗਨੀ ਇਹ ਇੱਕੋ ਜਿਹੀਆਂ ਹੈ, ਕਰਤੇ ਦਾ ਖੇਲ ਹੈ। ਜਿਹੜੀ ਬਾਹਰ ਦੀ ਮਾਇਆ ਉਹ ਸਾਡੇ ਮਨ ਨੂੰ ਫੂਕਦੀ ਹੈ,
ਤਨ ਨੂੰ ਫੂਕਦੀ ਹੈ, ਅਤੇ ਜਿਹੜੀ ਅੰਦਰ ਦੀ ਅਗਨੀ ਹੈ ਉਹ ਸਾਡੇ ਉਸ ਤੋਂ ਰੱਖਿਆ ਕਰਦਾ ਪ੍ਰਮਾਤਮਾ। ਹਾਲਾਂਕਿ ਉਹ ਵੀ ਫੂਕਦੀ ਹੈ, ਜੇ ਪ੍ਰਮਾਤਮਾ ਰਾਖੀ ਨਾ ਕਰੇ ਸਾਡੀ ਉਦਰ ਦੇ ਵਿੱਚ ਤਾਂ ਉਹ ਵੀ ਸਾਨੂੰ ਅੰਦਰ 'ਤੇ ਭਸਮ ਕਰ ਦੇਵੇ। ਪਰ ਜਿਹੜੀ ਇਹ ਬਾਹਰ ਮਾਇਆ ਹੈ, ਜਿਹਨੂੰ ਆਪਾਂ ਅਗਨੀ ਵੀ ਕਹਿ ਸਕਦੇ ਹਾਂ, ਅਗਨੀ ਵਰਗੀ ਹੋਏ ਵੀ, ਇਹ ਮਨ ਨੂੰ ਜਾਲਦੀ ਹੈ ਸਾਡੇ ਨੂੰ। ਇਸ ਕਰਕੇ ਇਹ ਦੋਹੇ ਇੱਕੋ ਜਿਹੀਆਂ ਨੇ। ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਇਹ ਪਰਮਾਤਮਾ ਦਾ ਖੇਡ ਹੈ, ਪ੍ਰਪੰਚ ਹੈ। ਮਾਇਆ ਅਗਨੀਆਂ ਇੱਕੋ ਜਿਹੀਆਂ ਹੀ ਨੇ। ਇੱਕ ਮਨ ਨੂੰ ਤੰਗ ਕਰਦੀ ਹੈ, ਇੱਕ ਸਰੀਰ ਨੂੰ ਤੰਗ ਕਰਦੀ ਹੈ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜਦ ਉਹਦਾ ਹੁਕਮ ਹੁੰਦਾ, ਉਹਦਾ ਭਾਣਾ ਵਰਤਦਾ, ਤਾਂ ਜੀਵ ਇਸ ਸੰਸਾਰ ਵਿੱਚ ਜੰਮਦਾ, ਪਰਿਵਾਰ ਖੁਸ਼ੀ ਮਨਾਉਂਦਾ, ਉਹਨੂੰ ਭਲਾ ਲੱਗਦਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਬਾਹਰ ਆਉਂਦੀ ਸਾਰ ਬੱਚੇ ਦੀ ਜਿਹੜੀ ਲਿਵ ਹੁੰਦੀ ਹੈ, ਪਰਮਾਤਮਾ ਨਾਲ ਜੁੜਿਆ ਹੋਇਆ ਹੁੰਦਾ, ਉਹ ਟੁੱਟ ਜਾਂਦੀ ਹੈ। ਬਾਹਰ ਨਿਕਲਦੀ ਸਾਰ ਜਦੋਂ ਫੇਫੜੇ ਚੱਲਦੇ, ਚੀਕ ਮਾਰਦਾ ਬੱਚਾ, ਉਦੋਂ ਇਹ ਮਾਇਆ ਆਪਣਾ ਜ਼ੋਰ ਪਾ ਦਿੰਦੀ। ਔਰ ਫਿਰ ਦੁੱਧ ਦੇ ਨਾਲ ਪ੍ਰੇਮ ਹੋ ਜਾਂਦਾ, ਉਹ ਵੀ ਮਾਇਆ। ਫਿਰ ਮਾਂ ਦੇ ਨਾਲ ਪ੍ਰੇਮ ਪੈਂਦਾ, ਉਹ ਵੀ ਮਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਆਪਣਾ ਜ਼ੋਰ ਪਾ ਦਿੰਦੀ ਹੈ, ਆਪਣਾ ਹੁਕਮ ਚਲਾਉਣ ਲੱਗ ਪੈਂਦੀ ਹੈ। ਫਿਰ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਹੀ ਮਾਇਆ ਜਿਹਦੇ ਨਾਲ ਪਰਮਾਤਮਾ ਵਿਸਰ ਜਾਂਦਾ, ਫਿਰ ਮੋਹ ਪੈਦਾ ਹੋ ਜਾਂਦਾ, ਔਰ ਦੂਜਾ ਭਾਉ ਆ ਕੇ ਜਕੜ ਲੈਂਦਾ ਸਾਨੂੰ। ਸਾਰੀ ਸ੍ਰਿਸ਼ਟੀ ਦੂਜੇ ਭਾਉ ਵਿੱਚ ਹੈ। ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਪਾਤਸ਼ਾਹ ਫਰਮਾ ਰਹੇ ਹੈ ਵੀ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਇਹ ਲਿਵ ਲੱਗ ਜਾਂਦੀ ਹੈ ਪਰਮਾਤਮਾ ਦੇ ਨਾਮ ਦੇ, ਉਹ ਮਾਇਆ ਦੇ ਵਿੱਚੇ ਪਾਲਨ ਨੇ। ਪੁੱਤਾਂ ਧੀਆਂ ਦੇ ਵਿੱਚ ਰਹਿੰਦੇ ਹੋਏ ਕਮਲ ਦੇ ਫੁੱਲ ਦੀ ਤਰ੍ਹਾਂ, ਮੁਰਗਾਬੀ ਦੀ ਤਰ੍ਹਾਂ ਵਿੱਚੇ ਪਾਲਨ ਨੇ ਪਰਿਵਾਰ ਦੇ। ਇਹਦੇ ਵਿੱਚ ਵੀ ਸਾਧ ਸੰਗਤ ਜੀ ਉਹ ਗੱਲ 'ਚ ਬਾਲਾ ਹੈ। ਕੇਵਲ ਗ੍ਰਸਤੀ ਕਰਨ ਨਾਲ ਰੱਬ ਨਹੀਂ ਮਿਲ ਜਾਂਦਾ ਕਿਸੇ ਨੂੰ ਵੀ। ਗ੍ਰਸਤੀ ਉੱਤਮ ਮਾਰਗ ਹੈ। ਗੁਰਬਾਣੀਕਾਰਾਂ ਨੇ ਸਭ ਨੇ ਗ੍ਰਸਤੀਆਂ ਕਰੀਆਂ, ਪਰ ਜਿਵੇਂ ਇੱਕ ਆਮ ਹੋਰ ਚੱਲਣੇ ਜ਼ਿੰਦਗੀ ਦੇ, ਬੈਰਾਗ ਧਾਰਨ ਕਰ ਲੈਂਦਾ, ਕੋਈ ਜੰਗਲਾਂ ਵਿੱਚ ਚਲੇ ਜਾਂਦਾ, ਕੋਈ ਬ੍ਰਹਮਚਾਰੀਆ ਧਾਰਨ ਕਰਦਾ, ਉਸੇ ਤਰ੍ਹਾਂ ਇਹ ਗ੍ਰਸਤੀ ਹੈ। ਜੇ ਗ੍ਰਸਤੀ ਦੇ ਵਿੱਚ ਰਹਿੰਦੇ ਹੋਏ ਮਨ ਬਦਲ ਕੇ ਨਾਮ ਵੱਲ ਜੁੜੇ, ਫਿਰ ਪਵਿੱਤਰ ਬਣਦਾ। ਨਹੀਂ ਤਾਂ ਦੂਜਿਆਂ ਦੀ ਤਰ੍ਹਾਂ ਹੀ ਗ੍ਰਸਤੀ ਨਾਲ ਵੀ ਕੋਈ ਬੰਦਾ ਪਵਿੱਤਰ ਨਹੀਂ ਹੋ ਜਾਂਦਾ। ਇਹ ਤੋਂ ਆਪਾਂ ਨੇ ਮਦਦ ਲੈਣੀ ਹੈ ਗ੍ਰਸਤੀ ਤੋਂ, ਤਾਂ ਕਿ ਸਾਡੀਆਂ ਵਾਸਨਾਵਾਂ ਇੱਧਰ ਉੱਧਰ ਨਾ ਖਿੰਡਣ। ਅਗਰ ਗ੍ਰਸਤੀ ਨਹੀਂ ਹੋਊਗੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜ਼ਿਆਦਾ ਤੰਗ ਕਰਦੇ ਆ ਸਗੋਂ। ਇਹ ਜਿਹੜਾ ਪਰਿਵਾਰ ਹੈ, ਗ੍ਰਸਤੀ ਹੈ, ਉਹ ਇਸੇ ਕਰਕੇ ਇਹ ਚਤਮ ਹੈ ਵੀ ਇਹਦੇ ਵਿੱਚ ਰਹਿੰਦੇ ਹੋਏ ਜਿਹੜੀਆਂ ਬੇਸਿਕ ਇੰਸਟਿੰਕਟਸ ਹੈ ਸਾਡੀਆਂ, ਬੇਸਿਕ ਅੰਦਰ ਤੋਂ ਜਿਹੜੀਆਂ ਸਾਡੀਆਂ ਵਾਸਨਾਵਾਂ ਹੈ, ਉਹਨਾਂ ਦੀ ਪੂਰਤੀ ਹੋ ਜਾਂਦੀ ਹੈ। ਜੇ ਇਹ ਨਹੀਂ ਪੂਰਤੀ ਹੁੰਦੀ, ਫਿਰ ਇਹ ਭਟਕੇਗਾ ਜੀਵ ਵਾਲੇ ਦੁਆਲੇ। ਜਿੰਨਾ ਮਰਜ਼ੀ ਉੱਪਰੋਂ ਹੱਠ ਕਰਕੇ ਰੋਕਣ ਦਾ ਯਤਨ ਕਰੋ ਇੰਦਰੀਆਂ ਨੂੰ, ਇਹ ਨਹੀਂ ਰੁਕਦੇ। 75 ਸਾਲ ਦੀ ਉਮਰ ਦੇ ਵਿੱਚ ਜੋਗੀ ਬੈਰਾਗੀ ਗਲਤਾਨ ਹੋਏ, ਮਛੰਦਰ ਵਰਗੇ। ਤੋ ਇਹਨਾਂ ਨੂੰ ਕੰਟਰੋਲ ਕਰਨ ਦਾ ਵਾਹਿਦ ਹੱਲ ਪਰਿਵਾਰ ਹੈ। ਪਰਿਵਾਰ ਦੇ ਵਿੱਚ ਰਹਿੰਦੇ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ, ਨਹੀਂ ਤਾਂ ਫਿਰ ਬਹੁਤ ਮੁਸ਼ਕਿਲ ਹੈ। ਗੁਰਮਤਿ ਦਾ ਮਾਰਗ ਤਾਂ ਇਹੀ ਹੈ। ਹੋਰ ਕਿਸੇ ਦਾ ਜਿਹੜਾ ਕੋਈ ਪ੍ਰੈਕਟਿਸ ਕਰਦੇ ਆ ਦੂਜੇ ਮਾਰਗ, ਉਹਨਾਂ ਨੂੰ ਉਹ ਮੁਬਾਰਕ ਹੋਣ। ਪਰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸਿੱਧਾਂ ਨੂੰ ਜਾ ਕੇ ਵੀ ਇਹ ਗੱਲ ਸਮਝਾਈ ਵੀ ਤੁਸੀਂ ਆਗਿਆ ਕਰਨ ਲੱਗੇ ਹੋਏ, ਪਹਾੜਾਂ ਪਰ ਆ ਕੇ ਬੈਠ ਗਏ, ਸੰਸਾਰ ਜਲ ਰਿਹਾ, ਤੁਸੀਂ ਆਪ ਵੀ ਪਾਰ ਉਤਰੋ, ਉਹਨਾਂ ਨੂੰ ਵੀ ਪਾਰ ਲੰਘਾਓ। ਇਹ ਗੁਰਮਤਿ ਦਾ ਮਾਰਗ ਜਿਹੜਾ ਹੈ, ਗ੍ਰਸਤੀ ਦਾ ਮਾਰਗ, ਇਸੀ ਕਰਕੇ ਇਹ ਉੱਚਾ ਹੈ ਵੀ ਇਹਦੇ ਵਿੱਚ ਰਹਿੰਦੇ ਹੋਏ ਵਾਸਨਾਵਾਂ ਨੂੰ ਕੰਟਰੋਲ 'ਚ, ਤ੍ਰਿਸ਼ਨਾਵਾਂ ਨੂੰ ਕੰਟਰੋਲ 'ਚ ਵੀ ਲਿਆ ਜਾ ਸਕਦਾ, ਔਰ ਪਰਮਾਤਮਾ ਵੱਲ ਲਿਵ ਲੱਗ ਸਕਦੀ ਹੈ। ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ। ਹਰੀ ਬੇਸ਼ਕੀਮਤੀ ਹੈ,
ਉਹ ਵਾਹਿਗੁਰੂ, ਉਹਦੀ ਕੋਈ ਕੀਮਤ ਨਹੀਂ ਹੈ, ਨਾ ਉਹਦਾ ਕੋਈ ਮੁੱਲ ਪਾ ਸਕਦਾ। ਉਹ ਅਤੁੱਲ ਹੈ, ਨਾ ਉਹ ਤੋਲਿਆ ਜਾ ਸਕਦਾ। ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ, ਰਹੇ ਲੋਕ ਬਿਲਾਏ। ਕਿਸੇ ਤੋਂ ਉਹਦੀ ਕੀਮਤ ਨਹੀਂ ਪਈ ਹੈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕੋਈ ਨਹੀਂ ਉਹਦੀ ਕੀਮਤ ਪਾ ਸਕਿਆ। ਕਿਸੇ ਬਿਟੋਂ ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ, ਰਹੇ ਲੋਕ ਬਿਲਾਏ। ਲੋਕ ਬਿਲਕਦੇ ਰਹਿ ਗਏ, ਸਾਰੀ ਖਲਕਤ ਹੁਣ ਤੱਕ ਬਿਲਕਦੀ ਆ ਰਹੀ ਹੈ, ਕਿਸੇ ਤੋਂ ਉਹਦੀ ਕੀਮਤ ਨਹੀਂ ਪਈ ਅੱਜ ਤੱਕ ਵੀ ਉਹ ਕਿਆ ਹੈ। ਕਾਰਨ ਕਿਆ ਹੈ? ਹਉਮੈ ਅਰ ਮੋਹ ਮਮਤਾ। ਜਿੰਨਾ ਚਿਰ ਇਹ ਅੰਦਰ ਬੈਠੀਆਂ ਉੱਧਰਲੀ ਲਿਵ ਲੱਗਦੀ ਉਹ ਨਹੀਂ ਹੈ। ਜੇ ਉਹ ਚਾਹੇ ਇਹਨਾਂ ਨੂੰ ਤੋੜ ਦੇਵੇ, ਲਿਵ ਲਾ ਦੇਵੇ। ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜੇ ਅਜਿਹਾ ਗੁਰੂ ਮਿਲ ਜੇ, ਸਤਿਗੁਰੂ ਮਿਲ ਜੇ, ਜਿਹਨੂੰ ਅਸੀਂ ਆਪਣਾ ਆਪਾ ਦੇ ਦਈਏ, ਵਾਰ ਦਈਏ, ਸਿਰ ਉਹਦੇ ਚਰਨਾਂ 'ਚ ਰੱਖ ਦਈਏ ਹਕੀਕੀ ਤੌਰ ਪਰ। ਵੈਸੇ ਤਾਂ ਬਹੁਤ ਸਾਰੇ ਸਿੱਖ ਹਨ, ਲੱਖਾਂ ਦੀ ਗਿਣਤੀ, ਜਿਹੜੇ ਸਿਰ ਝੁਕਾਉਂਦੇ ਸਤਿਗੁਰੂ ਦੇ ਅੱਗੇ, ਗੁਰਬਾਣੀ ਦੇ ਅੱਗੇ, ਪਰ ਅਸਲ ਵਿੱਚ ਕੁਛ ਵੀ ਨਹੀਂ ਝੁਕਾਉਂਦੇ ਹੈ। ਉੱਥੇ ਘੜੀ ਦੀ ਘੜੀ ਝੁਕਾਉਂਦੇ ਆ, ਬਾਹਰ ਆ ਕੇ ਉਹੀ ਕੁਛ ਕਰਦੇ ਆ ਜੋ ਸਤਿਗੁਰੂ ਦੀ ਸਿੱਖਿਆ ਦੇ ਉਲਟ ਹੁੰਦਾ। ਚਾਹੀਦਾ ਇਹ ਹੈ ਵੀ ਜੋ ਜਦੋਂ ਸਿਰ ਝੁਕਾ ਤਾ, ਉਸ ਤੋਂ ਬਾਅਦ ਆਪਣੀ ਮੱਤ ਗੁਰੂ ਨੂੰ ਦੇ ਦਈਏ ਅਤੇ ਗੁਰੂ ਵਾਲੀ ਮੱਤ ਨੂੰ ਗ੍ਰਹਿਣ ਕਰ ਲਈਏ। ਆਹ ਮਤਲਬ ਹੈ ਮੱਥਾ ਟੇਕਣ ਦਾ। ਵਿੱਚੋਂ ਆਪ ਜਾਏ, ਆਪਣਾ ਆਪਾ ਛੱਡ ਹੋ ਜਾਵੇ। ਆਪ ਨਾਉਨ ਦੇ ਤੌਰ 'ਤੇ ਆਇਆ ਵਾ, ਹੇਠਾਂ ਔਂਕੜ ਆ ਰਹੀ ਹੈ। ਜਦੋਂ ਇਹ ਹਉਮੈ ਨਿਕਲ ਗਈ, ਸਤਿਗੁਰੂ ਨੂੰ ਸਿਰ ਸੌਂਪ ਦਿੱਤਾ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏ। ਉਸ ਤੋਂ ਬਿਨਾਂ ਨਹੀਂ ਹੋਣੀ, ਆਪਣੇ ਕਰੇ ਤੋਂ ਨਹੀਂ ਹੋਣੀ। ਆਪਣੇ ਯਤਨ ਵਿਸ਼ੇਸ਼ ਜੋ ਮਰਜ਼ੀ ਬੰਦਾ ਕਰ ਲਵੇ, ਇਕੱਲਾ ਜੰਗਲਾਂ 'ਚ ਫਿਰ ਕੇ, ਬ੍ਰਹਮਚਾਰੀ ਬਣ ਕੇ, ਯੋਗ ਧਾਰਨ ਕਰਕੇ, ਸੁਆਹ ਮਲ ਕੇ, ਮੜੀਆਂ 'ਚ ਬੈਠ ਕੇ ਨਹੀਂ ਪ੍ਰਾਪਤੀ ਹੋ ਸਕਦੀ। ਇਹ ਗੁਰਮਤਿ ਦਾ ਕਮਿਟਡ ਨਿਸ਼ਚਾ। ਹਰ ਆਪ ਅਮੁੱਲਕ ਹੈ, ਜਿਸ ਦਾ ਜਿਉ ਤਿਸ ਮਿਲ ਰਹਿ, ਹਰ ਵਸੈ ਮਨ ਆਏ। ਇਹ ਜਿਹੜੀ ਸਾਡੀ ਆਤਮਾ ਜਿਉ ਹੈ ਅੰਦਰ, ਮਨ ਕਹਿ ਲਓ ਚਾਹੇ ਜੀਵ ਆਤਮਾ, ਜਿਹੜੀ ਉਹ ਪਰਮਾਤਮਾ ਦੀ ਬਖਸ਼ੀ ਹੋਈ ਹੈ ਸਾਨੂੰ। ਸਰੀਰ ਵੀ ਉਹਦਾ ਹੈ, ਜੀਵ ਆਤਮਾ ਵੀ ਉਹਦੀ ਹੈ। ਉਹ ਜੀਵ ਆਤਮਾ ਨੂੰ ਆਪਾਂ ਮਿਲ ਸਕਦੇ ਹਾਂ। ਉਹ ਜਿਹੜਾ ਉਹਨੇ ਸਾਨੂੰ ਜੀਵ ਬਖਸ਼ਿਆ ਹੈ, ਉਹ ਪਰਮਾਤਮਾ ਨੂੰ ਮਿਲ ਸਕਦਾ ਹੈ। ਹਰ ਵਸੈ ਮਨ ਆਏ। ਜਦੋਂ ਪਰਮਾਤਮਾ ਅੰਦਰ ਪ੍ਰਗਟ ਹੋ ਜਾਂਦਾ, ਇਹ ਜਿਹੜੀ ਆਤਮਾ ਹੈ ਉਹਦੇ 'ਚ ਮਿਲ ਜਾਂਦੀ। ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਆਪ ਤਾਂ ਉਹ ਅਮੁੱਲਕ ਹੈ, ਬੇਸ਼ਕੀਮਤੀ ਹੈ, ਪਰ ਜਿਹਦੇ ਭਾਗ ਚੰਗੇ ਹੋਣ, ਉਹਨਾਂ ਨੂੰ ਹਰੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਾਂ ਭਾਗੈ ਕਾ ਉਦੋ ਹੋਏ ਸ਼ਬਦ ਆਉਂਦਾ ਗੁਰਬਾਣੀ 'ਚ। ਜਦੋਂ ਵੀ ਭਾਗ ਉਦੇ ਹੁੰਦੇ, ਮੱਥੇ 'ਤੇ ਲਿਖੇ ਹੋਏ ਲੇਖ, ਉਦੋਂ ਪਰਮਾਤਮਾ ਨੂੰ ਮਿਲਣ ਖਾਤਰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਾਨੂੰ। ਨਹੀਂ ਤਾਂ ਸਤਿਗੁਰੂ ਨਹੀਂ ਮਿਲਦਾ। ਇਹ ਪਹਿਲਾਂ ਤੋਂ ਹੀ ਲਿਖਿਆ ਵਾ ਹੁੰਦਾ ਮੱਥੇ ਦੇ ਉੱਤੇ, ਪੁਰਬਲਾ ਲਿਖਿਆ ਵਾ ਹੁੰਦਾ, ਤਾਂ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਭਾਵੇਂ ਕਿ ਸਮੇਂ ਦੇ ਨਾਲ ਉਹ ਵਾਪਰਦਾ ਇਹ ਜਿਹੜਾ ਬਿਰਤਾਂਤ ਹੈ। ਗੁਰੂ ਅਮਰਦਾਸ ਜੀ ਨੂੰ 60 ਸਾਲ ਦੀ ਉਮਰ 'ਚ ਜਾ ਕੇ, 60 62 ਦੀ ਕਿਤੇ ਗੁਰੂ ਦੀ ਪ੍ਰਾਪਤੀ ਹੋਈ ਹੈ। ਲਿਖਿਆ ਵਾ ਤਾਂ ਪਹਿਲਾਂ ਤੋਂ ਹੀ ਸੀਗਾ। ਉਹ ਤਾਂ ਪੁਰਬਲਾ ਹੁੰਦਾ ਲਿਖਿਆ ਹੋਇਆ, ਤਾਂ ਜਨਮ ਦੇ ਨਾਲੇ ਲਿਖਿਆ ਵਾ ਹੁੰਦਾ। ਇਸ ਕਰਕੇ ਉਹ ਸਮਾਂ ਆਉਣ 'ਤੇ ਸਤਿਗੁਰੂ ਦਾ ਮਿਲਾਪ ਹੁੰਦਾ, ਫਿਰ ਪਰਮਾਤਮਾ ਦੇ ਦਰਸ਼ਨ ਹੁੰਦੇ। ਹਰ ਰਾਸ ਮੇਰੀ ਮਨ ਬਣਜਾਰਾ, ਪਰਮਾਤਮਾ ਮੇਰੀ ਰਾਸ਼ੀ ਹੈ। ਜਿਵੇਂ ਪੈਸੇ ਧੇਲੇ ਨਾਲ ਆਪਾਂ ਵਪਾਰ ਕਰਦੇ ਹਾਂ, ਵਣਜ ਕਰਦੇ ਹਾਂ, ਪਰਮਾਤਮਾ ਦਾ ਨਾਮ ਹੈ ਜਿਹੜਾ, ਉਹ ਰਾਸ਼ੀ ਹੈ। ਮਨ ਬਣਜਾਰਾ, ਬਣਜਾਰੇ ਪੈਸੇ ਨਾਲ ਵਣਜ ਕਰਦੇ ਹੈ, ਮਨ ਪਰਮਾਤਮਾ ਦੇ ਨਾਮ ਦਾ ਵਣਜ ਕਰਦਾ। ਹਰ ਰਾਸ ਮੇਰੀ ਮਨ ਬਣਜਾਰਾ, ਸਤਿਗੁਰ ਤੇ ਰਾਸ ਜਾਣੀ। ਇਹ ਚੀਜ਼ ਕਿੱਥੋਂ ਸਮਝ ਆਊਗੀ ਵੀ ਹਰੀ ਰਾਸ਼ੀ ਹੈ, ਹਰੀ ਦਾ ਨਾਮ ਰਾਸ਼ੀ ਹੈ ਅਤੇ ਮਨ ਬਣਜਾਰਾ ਹੈ? ਇਹ ਸਤਿਗੁਰੂ ਤੋਂ ਪਤਾ ਲੱਗੂਗਾ, ਨਹੀਂ ਤਾਂ ਨਹੀਂ ਲੱਗਣਾ। ਸਤਿਗੁਰੂ ਆਪ ਇਸ ਅਵਸਥਾ ਦਾ ਮਾਲਕ ਹੁੰਦਾ ਹੈ, ਉਹ ਸਾਨੂੰ ਵੀ ਇਹ ਅਵਸਥਾ ਤੋਂ ਜਾਣੂ ਕਰਾ ਕੇ ਮਿਲਾ ਸਕਦਾ। ਹਰ ਹਰ ਨਿਤ ਜਪਿਓ ਜਿਉ, ਲਾਹਾ ਖੱਟਿਓ ਦਿਹਾੜੀ। ਦਿਨ ਰਾਤ ਦਿਹਾੜੀ, ਜਿਵੇਂ ਇੱਕ ਮਜ਼ਦੂਰ ਦਿਹਾੜੀ ਲਾਉਂਦਾ ਸਵੇਰ ਤੋਂ ਸ਼ਾਮ ਤਾਈਂ, ਫਿਰ ਉਹਨੂੰ ਕੁਛ ਪੈਸੇ ਮਿਲਦੇ ਨੇ। ਤਾਂ ਗੁਰੂ ਪਾਤਸ਼ਾਹ ਸਾਨੂੰ ਦਰਸਾ ਰਹੇ ਹੈ, ਫਰਮਾ ਰਹੇ ਹੈ ਬਈ ਰੋਜ਼ ਹਰੀ ਦਾ ਨਾਮ ਜਪੋ,
ਹਰ ਹਰ ਨਿਤ ਜਪਿਓ ਜਿਉ। ਅੰਦਰ ਤੋਂ ਜਪਣਾ, ਬਾਹਰ ਤੋਂ ਨਹੀਂ। ਮੂੰਹ ਕਾ ਕਿਹਾ ਤਾਂ ਬਾਓ ਹੋ ਜਾਂਦਾ। ਅੰਦਰ ਤੋਂ ਜਦੋਂ ਪ੍ਰੀਤ ਪੈ ਜਾਏ ਫੇਰ ਦਿਹਾੜੀ ਖੱਟੀ ਗਈ ਸਮਝੋ ਉਸ ਦਿਨ ਦੀ। ਜਿੱਦਣ ਜਿੰਨਾ ਨਾਮ ਜਪਿਆ ਉਹ ਦਿਹਾੜੀ ਖੱਟੀ ਗਈ, ਨਹੀਂ ਤਾਂ ਫਿਰ ਵਿਅਰਥ ਵੀ ਚਲੇ ਜਾਂਦਾ। ਇਹ ਤਨ ਤਿਨਾ ਮਿਲਿਆ ਜਿਨ੍ਹਾਂ ਹਰ ਆਪੇ ਪਾਣਾ। ਇਹ ਅਬਨਾਸੀ ਤਨ ਕਿਹਨੂੰ ਮਿਲਦਾ ਹੈ? ਜਿਹਨੂੰ ਪਰਮਾਤਮਾ ਆਪ ਪਾਉਂਦਾ ਹੈ। ਪਰਮਾਤਮਾ ਉਹਨੂੰ ਚਾਹੁੰਦਾ ਹੈ, ਉਹਦੇ ਉੱਤੇ ਕਿਰਪਾ ਕਰਦਾ, ਇਹ ਉਹਨਾਂ ਨੂੰ ਮਿਲਦਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬੰਜਾਰਾ। ਪਰਮਾਤਮਾ ਔਰ ਉਹਦਾ ਨਾਮ ਮੇਰੀ ਰਾਸ ਹੈ, ਮਨ ਬੰਜਾਰਾ। ਇਹ ਗੁਰੂ ਮਹਾਰਾਜ ਦਾ ਫਰਮਾਨ ਹੈ। ਸਾਧ ਸੰਗਤ ਜੀ, ਇਹ ਜਿਹੜਾ ਅਬਨਾਸੀ ਧਨ ਹੈ ਕਿਹਨੂੰ ਮਿਲਦਾ ਹੈ? ਜਿਹਦੇ ਉੱਤੇ ਉਹਦੀ ਮਿਹਰ ਹੋ ਜਾਏ, ਜਿਹਦੇ ਉੱਤੇ ਉਹ ਪਸੀਜ ਜਾਵੇ, ਖੁਸ਼ ਹੋ ਜਾਵੇ, ਪ੍ਰਸੰਨ ਹੋ ਜਾਵੇ, ਉਹਨੂੰ ਮਿਲਦਾ। ਔਰ ਇਹਨੂੰ ਪਾਏਦਾਰ ਧਨ ਵੀ ਕਹਿੰਦੇ ਆ, ਅਬਨਾਸੀ ਧਨ ਵੀ ਕਹਿੰਦੇ ਆ। ਔਰ ਦੌਲਤੇ ਜਾਬੀਦ ਆਵੀ, ਭਾਈ ਨੰਦ ਲਾਲ ਜੀ ਨੇ ਕਿਹਾ ਦੌਲਤੇ ਜਾਬੀਦ ਆਵੀ, ਇਹ ਸ਼ਬਦ ਆਉਂਦਾ। ਇਹ ਜਿਹੜਾ ਅਬਨਾਸੀ ਧਨ ਹੈ, ਇਹਦਾ ਮਤਲਬ ਇਹ ਹੈ ਵੀ ਇਹਦਾ ਨਾਸ਼ ਨਹੀਂ ਹੁੰਦਾ। ਇਹ ਪਾਏਦਾਰ ਹੈ, ਇਹਨੇ ਰਹਿਣਾ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਬਾਕੀ ਸਭ ਚੀਜ਼ਾਂ ਜਿਹੜੀਆਂ ਹੋਰ ਧਨ ਪਦਾਰਥ ਹੈ, ਸੋਨਾ ਚਾਂਦੀ, ਸਭ ਵਿੰਸ ਜਾਂਦੇ। ਕੋਈ ਚੋਰ ਖੋਲ੍ਹ ਜਾਣਗੇ, ਚੱਕ ਲੈ ਜਾਣਗੇ। ਕਿਤੇ ਅੱਗ ਲੱਗ ਗਈ ਤਾਂ ਨੋਟ ਸੜ ਜਾਣਗੇ। ਕਿਸੇ ਨਾ ਕਿਸੇ ਰੂਪ 'ਚ ਮਾਇਆ ਚਲੇ ਜਾਂਦੀ ਹੈ, ਖਤਮ ਹੋ ਜਾਂਦੀ। ਪਰ ਜਿਹੜਾ ਨਾਮ ਰੂਪੀ ਧਨ ਹੈ, ਇਹ ਨਹੀਂ ਖਤਮ ਹੁੰਦਾ। ਇਹ ਨਾਲ ਜਾਂਦਾ ਬੰਦੇ ਦੇ, ਜਮਾਂ ਤੋਂ ਵੀ ਛੁਟਕਾਰਾ ਇਹੀ ਕਰਾਉਂਦਾ। ਜੇ ਇਹ ਨਾਲ ਪੱਲੇ ਹੋਵੇ ਤਾਂ ਧਰਮਰਾਜ ਵੀ ਨਹੀਂ ਟੇਢਾ ਝਾਕ ਸਕਦਾ ਸਾਡੇ ਵੱਲ। ਜਮ ਤਾਂ ਆਉਣਾ ਹੀ ਕਿਆ ਹੈ, ਤਾਂ ਉਹਦੇ ਦੂਤ ਹੁੰਦੇ। ਇਸ ਕਰਕੇ ਇਸ ਧਨ ਦੀ ਬਹੁਤ ਵਡਿਆਈ ਹੈ ਸਾਧ ਸੰਗਤ ਜੀ। ਹੁਣ ਥੋੜ੍ਹੀ ਜਿਹੀ ਵਿਚਾਰ ਹੋਰ ਆਪ ਜੀ ਨਾਲ ਸਾਂਝੀ ਕਰਨੀ ਹੈ। ਗੁਰਬਾਣੀ ਵਿਚਾਰ ਦੇ ਪਤਵੰਤੇ ਸੱਜਣੋ, ਇੱਕ ਦਿਨ ਕਿਸੇ ਪੁਰਸ਼ ਨੇ ਸੰਗਤ ਵਿੱਚੋਂ ਇਹ ਪੁੱਛੀ ਸੀ ਬਾਤ, ਬਈ ਜੀ ਤੁਸੀਂ ਕਹਿੰਦੇ ਵੀ ਤੀਰਥਾਂ ਦਾ ਗੁਰਬਾਣੀ 'ਚ ਖੰਡਨ ਹੈ, ਵੀ ਇਹ ਤੁਕ ਦੇ ਅਰਥ ਕਰਕੇ ਦੱਸੋ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਨੌਵੇਂ ਪਾਤਸ਼ਾਹ ਦੀ ਬਾਣੀ ਚ ਆਉਂਦਾ। ਇਹਦਾ ਆਖਰੀ ਅਰਥ ਇਹੀ ਬਣਦਾ ਵੀ ਨਾ ਪਰਮਾਤਮਾ ਨੂੰ ਭਜਿਆ, ਨਾ ਕੋਈ ਤੀਰਥ ਕਰਿਆ, ਤੀਰਥ ਯਾਤਰਾ ਕਰੀ, ਕਾਲ ਆ ਗਿਆ। ਹੁਣ ਇਹ ਤਾਂ ਲੱਗਦੇ ਆ ਉੱਪਰੋਂ ਦੇਖਣ ਨੂੰ ਅਰਥ ਤਾਂ ਅਸਲ 'ਚ ਇਹਦੇ ਪਿੱਛੇ ਹੋਰ ਹੈ। ਉਹ ਤਾਂ ਬਿਹਾਇੰਡ ਦੀ ਲਾਈਨ ਹੈ। ਇਸੀ ਕਰਕੇ ਬੁੱਝਣਾ ਗੁਰਬਾਣੀ। ਗੁਰਬਾਣੀ ਸਾਧ ਸੰਗਤ ਜੋ ਗੁਰਬਾਣੀ ਵਿਚਾਰ ਦੇ ਸੂਝਵਾਨ ਗੁਰਮੁਖੋ, ਕਿਹਨੂੰ ਮੰਨਦੀ ਹੈ ਤੀਰਥ? ਚਾਰ ਤੀਰਥ ਮੰਨੇ ਗਏ ਆ ਗੁਰਬਾਣੀ 'ਚ: ਸਰੀਰ, ਮਨ, ਗੁਰੂ ਔਰ ਨਾਮ। ਦੇਖੋ ਇਹਨਾਂ ਦੀ ਵਿਚਾਰ ਥੋੜ੍ਹੀ ਸ਼ਾਰਟ ਵਿੱਚ ਕਰਦੇ ਚੱਲੀਏ। ਇਹ ਸਰੀਰ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਈ। ਸਰੋਵਰ 'ਚ ਇਸ਼ਨਾਨ ਕਰੀਦਾ, ਪਰ ਗੁਰੂ ਮਹਾਰਾਜ ਕਿਆ ਫਰਮਾਉਂਦੇ ਆ? ਇਹ ਸਰੀਰੇ ਸਰਵਰ ਹੈ, ਸਰੋਵਰ ਹੈ, ਤੀਰਥ ਹੈ। ਸੰਤ ਜਨੋ ਇਹਦੇ ਵਿੱਚ ਇਸ਼ਨਾਨ ਕਰੋ ਲਿਵ ਲਾ ਕੇ। ਅੱਗੇ ਹੈ ਮਨ। ਇਹ ਮਨ ਕਾਸ਼ੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ। ਸਤਿਗੁਰੂ ਨੇ ਇਸ ਗੱਲ ਦੀ ਬੂਝ ਪਾਤੀ, ਸਮਝਾ ਦਿੱਤਾ ਵੀ ਇਹ ਮਨ ਹੀ ਕਾਂਸ਼ੀ ਔਰ ਤੀਰਥ ਹੈ। ਸਭ ਕੁਛ ਸਿਮਰਤੀਆਂ ਇਹੀ ਹੈ। ਇਹ ਮਨ ਕਾਸ਼ੀ ਸਭ ਤੀਰਥ ਸਿਮਰਤ, ਸਭ ਕੁਛ ਇਹੀ ਹੈ ਜਿਹਨੂੰ ਲੋਕ ਬਾਹਰੋਂ ਮੰਨਦੇ। ਮਨ ਹੀ ਖੁੱਟਰ ਹੈ ਔਰ ਮਨ ਹੀ ਦੇਵਤਾ ਹੈ। ਮਨ ਹੀ ਤ੍ਰਿਭਵਨ ਦੇਵ ਹੈ, ਪਰਮਾਤਮਾ। ਜੇ ਸਮਝ ਆ ਜੇ ਇਹਨੂੰ, ਜੇ ਇਹਦੇ ਵਿੱਚੋਂ ਵਾਸਨਾਵਾਂ ਨਿਕਲ ਜਾਣ ਤਾਂ। ਫਿਰ ਅੱਗੇ ਚੱਲ ਕੇ ਗੁਰੂ ਹੈ ਜਿਹੜਾ, ਉਹ ਵੀ ਤੀਰਥ ਹੈ। ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਗੁਰੂ ਤੀਰਥ ਹੈ, ਗੁਰੂ ਦਰਿਆ, ਉਹਦੇ 'ਚ ਨਹਾਉਣਾ। ਅੱਗੇ ਨਾਮ ਹੈ। ਨਾਮ ਦੇ ਬਾਰੇ ਜ਼ਿਕਰ ਆਉਂਦਾ ਗੁਰਬਾਣੀ 'ਚ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ। ਤੋ ਇਹ ਚਾਰ ਤੀਰਥ ਮੰਨੇ ਗੁਰਬਾਣੀ ਨੇ: ਸਰੀਰ, ਮਨ, ਗੁਰੂ ਔਰ ਨਾਮ।
ਇਹ ਵਿਚਾਰ ਦੇ ਰਹੇ ਗੁਰੂ ਮਹਾਰਾਜ। ਇਹ ਨਹੀਂ ਹੈ ਵੀ ਉਹ ਕੋਈ ਦੂਜੇ ਤੀਰਥਾਂ ਦੀ ਗੱਲ ਕਰ ਰਹੇ ਕੋਈ, ਉਹਨਾਂ ਦਾ ਤਾਂ ਬਾਰ-ਬਾਰ ਖੰਡਨ ਆ ਰਿਹਾ। ਉਹ ਤਾਂ ਸੰਸਾਰੀ ਪਾਣੀ ਦੇ ਸੋਮੇ ਹੈ। ਅਤੇ ਰੂਹਾਨੀਅਤ ਹੋਵੇ, ਜੇ ਕਿਤੇ ਨਾਮ ਜਪਿਆ ਜਾਂਦਾ ਹੋਵੇ, ਜਿਸ ਸਰੋਵਰ ਦੇ ਕੰਢੇ ਜਾਂ ਕਿਸੇ ਦਰਿਆ ਦੇ ਕੰਢੇ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੋਵੇ, ਉਹ ਵੀ ਪਵਿੱਤਰ ਹੁੰਦਾ। ਪਰ ਜਿੱਥੇ ਦੂਜੇ ਭਾਵ ਦੀ ਕਥਾ ਹੁੰਦੀ ਹੋਵੇ ਜਾਂ ਵਿਚਾਰ ਹੁੰਦੀ ਹੋਵੇ, ਰੱਬ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਦਾ ਆਰਾਧਨਾ ਹੁੰਦੀ ਹੋਵੇ, ਉਹਨੂੰ ਗੁਰਬਾਣੀ ਨੇ ਮਾਨਤਾ ਨਹੀਂ ਦਿੱਤੀ, ਕਿਉਂਕਿ ਉਹ ਦੂਜਾ ਭਾਵ ਉਹ ਇੱਕ ਹੈ ਹੀ ਨਹੀਂ। ਸੋ ਬਿਲਕੁਲ ਸਪਸ਼ਟ ਹੈ ਵੀ ਨਾ ਪਰਮਾਤਮਾ ਨੂੰ ਯਾਦ ਕਰਿਆ, ਨਾ ਸਰੀਰ ਮਨ ਗੁਰੂ ਔਰ ਨਾਮ ਨੂੰ ਤੀਰਥ ਸਮਝਿਆ, ਬਾਹਰ ਭਟਕਦਾ ਫਿਰਿਆ। ਦੇਖੋ ਗੁਰਬਾਣੀ ਦੀ ਸੋਚ। ਕਮ ਸੇ ਕਮ ਜੇ ਕੁਛ ਪ੍ਰਾਪਤੀ ਕਰਨੀ ਹੈ ਤਾਂ ਇਸ ਤਰ੍ਹਾਂ ਹੀ ਵਿਚਾਰਨਾ ਪਊਗਾ ਗੁਰਬਾਣੀ। ਸਾਧ ਸੰਗਤ ਜੀ, ਉਹ ਇੱਕ ਦਿਨ ਵਿਚਾਰ ਹੋ ਰਹੇ ਸੀ ਦਾਸਰੇ ਕੋਲ, ਪਿੰਡ ਦਾ ਇੱਕ ਬੰਦਾ ਗਿਆਨੀ ਜੀ ਕਹਿੰਦੇ, ਉਹਨਾਂ ਨੂੰ ਆਇਆ, ਰਾਧਾ ਸਵਾਮੀਆਂ ਨਾਲ ਤਾਲੁਕ ਹੈ ਉਹਦਾ, ਵੈਸੇ ਗੁਰਬਾਣੀ ਨਾਲ ਵੀ ਕੁਛ ਪ੍ਰੇਮ ਕਰਦਾ। ਉਹ ਮੈਨੂੰ ਆਪਣੇ, ਜਦੋਂ ਮੈਂ ਉਹਨਾਂ ਦੇ ਘਰ ਗਿਆ ਪੇਸ਼ੈਂਟ ਦੇਖਣ, ਉਹਨੇ ਇਹ ਗੱਲ ਕਹੀ, ਕਹਿੰਦਾ ਜੀ ਤੁਸੀਂ ਸਿੱਖ ਲੋਕ ਹੈ ਜਿਹੜੇ, ਮੈਂ ਵੀ ਸਿੱਖ ਹੂੰ, ਤਾਂ ਕਹਿੰਦਾ ਵੀ ਸਾਨੂੰ ਐਂ ਕਾਹਤੇ ਕਹਿੰਦੇ ਆ ਵੀ ਤੁਸੀਂ ਗੁਰੂ ਨੂੰ ਨਾ ਮੰਨੋ, ਵੀ ਗੁਰ ਕੀ ਮੂਰਤ ਮਨ ਮੈਂ ਧਿਆਨ ਆਉਂਦਾ ਗੁਰਬਾਣੀ 'ਚ। ਮੈਂ ਕਿਹਾ ਆਉਂਦਾ, ਗੋਂਡ ਰਾਗ 'ਚ ਬਹੁਤ ਮਹਿਮਾ ਗੁਰੂ ਦੀ। ਕਹਿੰਦਾ ਫਿਰ ਸਾਨੂੰ ਕਾਹਤੇ ਰੋਕਦੇ ਆ। ਮੈਂ ਕਿਹਾ ਗਿਆਨੀ ਜੀ ਆ ਜਾਓ, ਨਾਲੇ ਤੁਹਾਨੂੰ ਦਵਾਈ ਘੱਟ ਹੋਰ ਪਕੜ ਲਿਆਇਓ, ਨਾਲੇ ਆਓ, ਤੁਹਾਨੂੰ 10-20 ਮਿੰਟ ਲਾਊਂਗਾ ਇਸ ਗੱਲ ਦੇ ਉੱਤੇ, ਫਿਰ ਸਮਝ ਸ਼ਾਇਦ ਆ ਜਾਏ, ਜੇ ਆਉਣੀ ਹੋਈ, ਗੁਰੂ ਦੀ ਕਿਰਪਾ ਹੋਈ ਜੇ ਤਾਂ। ਆ ਗਏ, ਬੈਠ ਗਏ, ਜਲ ਪਾਣੀ ਛਕਣ ਲੱਗ ਗਏ। ਅੱਧਾ ਪੌਣਾ ਘੰਟਾ ਲੱਗ ਗਿਆ। ਮੈਂ ਕਿਹਾ ਭਾਈ ਸਾਹਿਬ ਜੀ, ਤੁਸੀਂ ਗੁਰੂ ਦੀ ਮੂਰਤ ਕਿਹਨੂੰ ਸਮਝਦੇ ਹੋ? ਕਹਿੰਦਾ ਜੀ ਜਿਹੜਾ ਸਰੀਰ ਹੈ ਗੁਰੂ ਦਾ। ਮੈਂ ਕਿਹਾ ਨਹੀਂ, ਇਹ ਗੱਲ ਗੁਰਬਾਣੀ 'ਚ ਨਹੀਂ ਹੈ। ਕਹਿੰਦਾ ਹਵਾਲਾ ਦਿਓ। ਮੈਂ ਕਿਹਾ ਹਾਜ਼ਰ ਹੈ ਹਵਾਲਾ। ਤੋ ਜੇ ਸਮੱਗਰਤਾ ਸਾਹਮਣੇ ਹੋਵੇ ਗੁਰਬਾਣੀ ਦੀ, ਫਿਰ ਆਪੇ ਵਿਚਾਰ ਪੈਦਾ ਹੋ ਜਾਂਦੀ ਅੰਦਰੋਂ, ਨਾ ਹੋਵੇ ਤਾਂ ਫਿਰ ਜਵਾਬ ਦੇਣਾ ਵੀ ਔਖਾ ਹੁੰਦਾ। ਗੁਰਮੂਰਤ ਗੁਰ ਸ਼ਬਦ ਹੈ, ਭਾਈ ਗੁਰਦਾਸ ਜੀ ਦਾ ਕਥਨ ਹੈ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਗੁਰੂ ਦੀ ਮੂਰਤ ਸ਼ਬਦ ਹੈ, ਗੁਰਬਾਣੀ ਹੈ, ਔਰ ਸਾਧ ਸੰਗਤ ਵਿੱਚ ਪ੍ਰਗਟ ਹੁੰਦੀ ਹੈ। ਕਹਿੰਦਾ ਜੀ ਇਹ ਲਿਖਿਆ ਹੋਇਆ। ਮੈਂ ਕਿਹਾ ਮੈਂ ਹੁਣੇ ਦਿਖਾ ਦਿੰਦਾ। ਮੈਂ ਕੱਢੀ ਭਾਈ ਗੁਰਦਾਸ ਜੀ ਦੀ ਪੋਥੀ, ਮੈਂ ਕਿਹਾ ਪੜ੍ਹੋ, ਤੁਸੀਂ ਪੜ੍ਹੇ ਹੋਏ ਆ। ਕੁਛ ਥੋੜ੍ਹਾ ਜਿਹਾ ਉਹ ਅੰਦਰੋਂ ਹਿੱਲਿਆ, ਹੋਰ ਵਿਚਾਰਾਂ ਹੋਈਆਂ। ਮੈਂ ਕਿਹਾ ਭਾਈ ਸਾਹਿਬ ਜੀ, ਸਰੀਰ ਗੁਰੂ ਇਸ ਕਰਕੇ ਹੁੰਦਾ ਵੀ ਉਹਦੇ ਅੰਦਰ ਸ਼ਬਦ ਦਾ ਵਾਸਾ ਹੁੰਦਾ, ਨਾਮ ਚੱਲਦਾ ਹੁੰਦਾ ਅੰਦਰ। ਅਤੇ ਜੇ ਇਹ ਨਾ ਹੋਵੇ, ਦੋਨੋਂ ਚੀਜ਼ਾਂ, ਨਾ ਸ਼ਬਦ ਹੋਵੇ ਨਾ ਨਾਮ ਹੋਵੇ, ਉਹਨੂੰ ਗੁਰੂ ਕਿਵੇਂ ਕਹੋਗੇ? ਉਹ ਤਾਂ ਇੱਕ ਇਨਸਾਨ ਕਹਾਉਣ ਦਾ ਵੀ ਹੱਕਦਾਰ ਨਹੀਂ ਹੁੰਦਾ ਬੰਦਾ, ਉਹ ਤਾਂ ਬਹੁਤ ਹੇਠ ਹੁੰਦਾ। ਇਨਸਾਨ ਵੀ ਉਹੀ ਹੁੰਦਾ ਜਿਹਦੇ ਅੰਦਰ ਕਮ ਸੇ ਕਮ ਨਾਮ ਜਾਂ ਸ਼ਬਦ ਕੁਛ ਤਾਂ ਵਸਿਆ ਵਾ ਹੋਵੇ, ਚੱਲਦਾ ਹੋਵੇ, ਜਾਂ ਉਹਦੀ ਪ੍ਰਤੀਤ ਹੋਵੇ। ਅਤੇ ਜੇ ਮੈਂ ਆਪਣੇ ਆਪ ਨੂੰ ਗੁਰੂ ਕਹਾਂ, ਮੇਰੇ ਅੰਦਰ ਕੁਛ ਵੀ ਨਹੀਂ ਹੈ, ਫਿਰ ਤਾਂ ਤੁਸੀਂ ਆਪੇ ਸਮਝ ਲਓ ਵੀ ਮੈਨੂੰ ਤਾਂ ਦਰਗਾਹ ਵਿੱਚ ਸਜ਼ਾ ਲੱਗਣੀ ਹੈ। ਮੈਂ ਲੋਕਾਂ ਨੂੰ ਕਿਆ ਤਾਰੂੰਗਾ? ਉਹ ਆਪਣੇ ਗੁਰੂ 'ਤੇ ਲਗਾ ਕੇ ਸੋਚਦਾ ਰਿਹਾ, ਨਾਲ ਦੀ ਨਾਲ ਮੈਂ ਦੇਖ ਰਿਹਾ ਸੀ ਉਹਦੇ ਚਿਹਰੇ ਵੱਲ। ਚਲੋ ਮੁੱਕਦੀ ਗੱਲ ਵੀ ਉਹਨੂੰ ਫਿਰ ਕੁਛ ਨਾ ਕੁਛ ਅਹਿਸਾਸ ਹੋ ਗਿਆ ਵੀ ਜੋ ਸਾਨੂੰ ਦੱਸਿਆ ਜਾ ਰਿਹਾ ਸਾਡੀਆਂ ਬੁੱਕਸ ਵਿੱਚ ਵੀ, ਉਹ ਤਾਂ ਗੱਲ ਕੋਈ ਹੋ ਰਹੀ ਹੈ। ਫਿਰ ਗੁਰ ਸਿਮਰੇ ਸੋ ਬਾਰ ਹੈ, ਆਪਣਾ ਹਰ ਸਿਮਰੇ ਸੋ ਬਾਰ ਹੈ, ਗੁਰ ਸਿਮਰੇ ਸੋ ਪਾਰ। ਇਹ ਵੀ ਉਹਨਾਂ ਦੀਆਂ ਪੋਥੀਆਂ 'ਚ ਲਿਖਿਆ ਹੋਇਆ ਵੀ ਜਿਹੜਾ ਪਰਮਾਤਮਾ ਨੂੰ ਸਿਮਰਦਾ ਉਹ ਉਰਲੇ ਕੰਢੇ ਪਰ ਹੈ, ਜਿਹੜਾ ਗੁਰੂ ਨੂੰ ਸਿਮਰਦਾ ਉਹ ਪਰਲੇ ਕੰਢੇ ਤਰ ਜਾਂਦਾ। ਮੈਂ ਕਿਹਾ ਭਾਈ ਸਾਹਿਬ ਜੀ, ਇਹਦਾ ਬਹੁਤ ਅਨਰਥ ਕਰਿਆ ਹੋਇਆ। ਕਮ ਸੇ ਕਮ ਗੁਰਬਾਣੀ ਦੀ ਜਿਹੜੀ ਸੋਚ ਹੈ ਗੁਰਮਤਿ, ਉਹਦਾ ਅਨਰਥ ਕਰਿਆ ਹੋਇਆ ਇਹ ਤੁਹਾਡੇ ਰਾਈਟਰਾਂ ਨੇ। ਚਲੋ ਮੁੱਕਦੀ ਗੱਲ, ਕਾਫੀ ਕੁਛ ਉਹਦੇ ਨਾਲ ਵਿਚਾਰਾਂ ਹੋਈਆਂ, ਔਰ ਕੁਛ ਅਸਰ ਵੀ ਪਿਆ। ਸਾਧ ਸੰਗਤ ਜੀ, ਉਹ ਗੁਰੂ ਦੀ ਮਿਹਰ ਹੋਈ, ਉਹਨੂੰ ਸਮਝ ਆ ਗਈ। ਉਹ ਸਪੀਕਰ 'ਚ ਵੀ ਲੱਗ ਜਾਂਦਾ ਸੀ ਕਈ ਵਾਰ ਗੁਰਦੁਆਰੇ ਸਾਹਿਬ ਤੋਂ ਕਥਾ ਕਰਨ, ਫਿਰ ਉਹ ਹਟ ਗਿਆ। ਉਹਨੂੰ ਸਮਝ ਆ ਗਈ ਵੀ ਮੈਂ ਤਾਂ ਅਜੇ ਬਹੁਤ, ਮੈਨੂੰ ਤਾਂ ਗੜਬੜ ਹੈ ਮੇਰੇ ਅੰਦਰ। ਫਿਰ ਉਹੀ ਸ਼ਖਸ ਇੱਕ ਵਾਰ ਸਾਡੇ ਉੱਥੇ ਖੇਤ ਵਿੱਚ ਚਲਾ ਗਿਆ। ਆਪਣਾ ਰਮਦਾਸੀਆ ਕਮਿਊਨਿਟੀ ਜੋ ਸੀਗਾ, ਉਹ ਕੱਖ ਖੋਦਦਾ ਸੀ, ਆਪਣੇ ਬਾਪੂ ਨਾਲ ਚਲੇ ਗਿਆ ਉੱਥੇ ਮੱਕੀ ਦੇ ਵਿੱਚ, ਦਾਸਰਾ ਵੀ ਕੁਦਰਤੀ ਚਲੇ ਗਿਆ ਉੱਧਰ ਨੂੰ ਖੇਤਾਂ ਵੱਲ। ਉੱਥੇ ਫਿਰ ਵਿਚਾਰ ਹੋ ਗਈ ਸ਼ੁਰੂ। ਫਿਰ ਉਹਨੇ ਕਬੂਲ ਕਰ ਲਈ ਇਹ ਗੱਲ ਵੀ ਠੀਕ ਹੈ ਜੀ, ਤੁਸੀਂ ਤਾਂ ਗੁਰਬਾਣੀ ਦਾ ਤੁਹਾਨੂੰ ਜ਼ਿਆਦਾ ਪਤਾ, ਸਾਨੂੰ ਤਾਂ, ਅਸੀਂ ਤਾਂ ਉੱਪਰੋਂ ਉੱਪਰੋਂ ਹੀ ਪੜ੍ਹਦੇ ਸੁਣਦੇ ਹਾਂ, ਵੀ ਇੰਨਾ ਨਹੀਂ ਸਾਨੂੰ ਪਤਾ ਹੈ, ਬਈ ਮੈਂ ਤੁਹਾਡੀ ਗੱਲ ਨੂੰ ਕੱਟ ਨਹੀਂ ਹੁਣ ਸਕਦਾ ਹੈ। ਪਹਿਲਾਂ ਮੈਂ ਜਦੋਂ ਬੋਲਦਾ ਵੀ ਹੁੰਦਾ ਸੀ, ਉਦੋਂ ਸਾਨੂੰ ਤੁਹਾਡੀਆਂ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ ਹੁੰਦੀਆਂ, ਵੀ ਇਹ ਕਿਆ ਕਹੀ ਜਾਂਦੇ ਆ, ਵੀ ਗੱਲ ਤਾਂ ਕੋਈ ਹੋਰ ਹੈ ਅਸਲ 'ਚ। ਕਹਿੰਦਾ ਮੈਂ ਗੱਲ ਨੂੰ ਦੂਜੇ ਤਰ੍ਹਾਂ ਸਮਝ ਰਿਹਾ ਸੀ, ਜਿਵੇਂ ਸਾਡੇ ਦੂਜੇ ਭਰਾ ਹੋਰ ਸਮਝ ਰਹੇ।
ਤੋ ਚਲੋ ਮਹਾਰਾਜ ਦੀ ਮਿਹਰ ਹੋਈ ਹੈ, ਕੁਛ ਨਾ ਕੁਛ ਫਰਕ ਪਿਆ। ਸਾਧ ਸੰਗਤ ਜੀਓ, ਗੱਲ ਪ੍ਰੇਮ ਦੀ ਕਰਕੇ ਫਿਰ ਸਮਾਪਤੀ ਕਰਨੀ ਹੈ। ਪ੍ਰੇਮ ਔਰ ਸ਼ਰਧਾ ਕਿਹਨੂੰ ਕਹਿੰਦੇ? ਦੇਖੋ, ਇਹ ਤਿੰਨ ਸ਼ਬਦ ਹੈ: ਸਤਿਕਾਰ, ਪ੍ਰੇਮ ਅਤੇ ਸ਼ਰਧਾ। ਸਤਿਕਾਰ ਹੁੰਦਾ ਆਪ ਤੇ ਵੱਡਿਆਂ ਦਾ, ਮਨ ਵਿੱਚ ਉਹਨਾਂ ਨੂੰ ਬੜਾ ਕਰਨਾ। ਪ੍ਰੇਮ ਉਸ ਤੋਂ ਅਗਲੀ ਸਟੇਜ ਹੈ, ਉੱਚੀ ਸਟੇਜ। ਪ੍ਰੇਮ ਪਹਿਲੀ ਗੱਲ ਤਾਂ ਆਪ ਤੋਂ ਕਰਿਆ ਹੀ ਨਹੀਂ ਜਾ ਸਕਦਾ। ਜਿਹੜਾ ਆਪਾਂ ਕੁਛ ਕਰਦੇ ਹਾਂ, ਕਿਸੇ ਨੂੰ ਕਹਿ ਦਿੰਦੇ ਆਪਾਂ ਵੀ ਅਸੀਂ ਸਾਡਾ ਬੜਾ ਪ੍ਰੇਮ ਹੈ, ਅਸੀਂ ਤੁਹਾਡੇ ਨਾਲ ਬਹੁਤ ਪ੍ਰੇਮ ਕਰਦੇ ਹਾਂ, ਉਹ ਪ੍ਰੇਮ ਨਹੀਂ ਹੈ। ਅਸਲ 'ਚ ਉਹ ਆਸਕਤੀ ਹੈ। ਆਸਕਤੀ ਦੇ ਵਿੱਚ ਦੇਣ ਲੈਣ ਹੁੰਦਾ, ਵੀ ਤੂੰ ਮੈਨੂੰ ਹਲ ਦੇ ਦੀ, ਮੈਂ ਤੈਨੂੰ ਸੁਹਾਗਾ ਦੇ ਦੂੰਗਾ, ਪ੍ਰੇਮ ਆਪੇ ਬਣ ਗਿਆ। ਉਹ ਅਸਲ 'ਚ ਉਹ ਪ੍ਰੇਮ ਨਹੀਂ ਹੈ। ਗੁਰਬਾਣੀ ਦਾ ਪ੍ਰੇਮ ਹੋਰ ਹੈ। ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਐ। ਉਹ ਤਾਂ ਗੁਰੂ ਵੱਲੋਂ ਬਖਸ਼ ਹੁੰਦਾ ਜਿਹੜਾ ਪਿਆਰ ਹੈ, ਪ੍ਰੇਮ ਹੈ। ਅਸੀਂ ਨਹੀਂ ਕਰ ਸਕਦਾ ਕੋਈ ਵੀ ਬੰਦਾ ਆਪਣੇ ਤੌਰ ਪਰ। ਬਿਨ ਗੁਰ ਪ੍ਰੇਮ ਨਾ ਲੱਭਈ, ਜਨ ਵੇਖੋ ਮਨ ਨਿਰਜਾਸ। ਬਿਨਾਂ ਗੁਰੂ ਤੋਂ ਪ੍ਰੇਮ ਕਿਸੇ ਨੂੰ ਮਿਲ ਹੀ ਨਹੀਂ ਸਕਦਾ। ਦੇਖ ਲਓ, ਫੈਸਲਾ ਕਰ ਲਓ ਮਨ ਨਾਲ। ਗੁਰੂ ਭੇਟਾ ਤੋਂ ਬਾਅਦ ਵਿੱਚ ਗੁਰੂ ਬਖਸ਼ਦਾ ਪ੍ਰੇਮ ਸਾਨੂੰ। ਔਰ ਪ੍ਰੇਮ ਦੇ ਵਿੱਚ ਕੋਈ ਦੇਣਾ ਲੈਣਾ ਨਹੀਂ ਹੁੰਦਾ ਹੈ। ਮਤਲਬ ਦੇਣਾ ਹੀ ਦੇਣਾ ਹੁੰਦਾ, ਲੈਣਾ ਨਹੀਂ ਹੁੰਦਾ। ਉਮੀਦ ਕੋਈ ਲਾਈ ਹੋਈ ਵੀ ਮੈਂ ਇਹਨੂੰ ਆਹ ਦਊਂਗਾ ਫਿਰ ਮੈਨੂੰ ਆਹ ਮਿਲੂਗਾ, ਨੋ। ਬਾਹਰ ਦੇਣਾ ਆਪਣਾ ਆਪ ਉਹਦੇ ਉੱਪਰ, ਜੋ ਵੀ ਹੈ ਸਭ ਕੁਛ ਉਹਨੂੰ ਨਿਸ਼ਾਵਰ ਕਰ ਦੇਣਾ, ਉਹਨੂੰ ਪ੍ਰੇਮ ਕਹਿੰਦੇ। ਪ੍ਰੇਮ ਦਾ ਕੋਈ ਕਾਰਨ ਜ਼ਰੂਰ ਹੁੰਦਾ ਸਾਧ ਸੰਗਤ ਜੀ, ਬਿਨਾਂ ਕਾਰਨ ਤੋਂ ਪ੍ਰੇਮ ਨਹੀਂ ਹੁੰਦਾ। ਜਿਹੜੀ ਸ਼ਰਧਾ ਹੈ ਉਹ ਪ੍ਰੇਮ ਦਾ ਅਸੀਮ ਰੂਪ ਹੈ, ਸਭ ਤੋਂ ਸਿਖਰ ਹੈ ਪ੍ਰੇਮ ਦੀ, ਜਿਹਨੂੰ ਸ਼ਰਧਾ ਕਹਿੰਦੇ ਆ। ਸ਼ਰਧਾ ਦੋਏ ਅੱਖਾਂ ਤੇ ਅੰਨ੍ਹੀ ਹੁੰਦੀ ਹੈ, ਪ੍ਰੇਮ ਇੱਕ ਅੱਖ ਤੇ ਅੰਨ੍ਹਾ ਹੁੰਦਾ ਹੈ। ਸ਼ਰਧਾ ਦੇ ਵਿੱਚ ਬੰਦਾ ਜੇ ਜਾਣ ਵੀ ਗਿਆ ਵੀ ਸਾਡਾ ਜਿਹਨੂੰ ਅਸੀਂ ਗੁਰੂ ਕਹਿੰਦੇ ਉਹ ਬਲਾਤਕਾਰੀ ਹੈ, ਉਹ ਕਾਤਲ ਵੀ ਹੈ, ਉਹਦੇ 'ਚ ਹੋਰ ਵੀ ਬਹੁਤ ਸਾਰੇ ਔਗਣ ਹੈ, ਲੇਕਿਨ ਉਹ ਮੰਨਣ ਨੂੰ ਤਿਆਰ ਨਹੀਂ ਹੋਊਗਾ ਇਹਨਾਂ ਗੱਲਾਂ ਨੂੰ। ਇਹ ਹੈ ਬਲਾਈਂਡ ਫੇਥ। ਫੇਥ ਸੱਚਾ ਚਾਹੀਦਾ ਹੈ। ਫਿਰ ਸ਼ਰਧਾ ਜਿਹੜੀ ਉਹ ਬਹੁਤ ਉੱਚੀ ਬਾਤ ਹੈ। ਸੱਚੇ ਗੁਰੂ 'ਚ ਪ੍ਰੇਮ ਹੋਵੇ। ਸੱਚੇ ਗੁਰੂ ਦੇ ਪ੍ਰੇਮ ਕਰਕੇ ਭਾਈ ਮਤੀ ਦਾਸ ਜੀ ਨੇ ਆਰਾ ਫਰਵਾ ਲਿਆ ਸਿਰ ਦੇ ਉੱਤੇ। ਭਾਈ ਮਨੀ ਸਿੰਘ ਜੀ ਨੇ ਅੰਗ ਅੰਗ ਕਟਵਾ ਲਿਆ ਬੰਦ ਬੰਦ। ਭਾਈ ਸਤੀ ਦਾਸ ਨੇ ਅੱਗ ਵਿੱਚ ਜਲ ਕੇ ਸਾੜ ਲਿਆ ਆਪਣੇ ਆਪ ਨੂੰ, ਜਦੋਂ ਜ਼ਾਲਮਾਂ ਨੇ ਉਹਨਾਂ ਨੂੰ ਰੂਈ ਨਾਲ ਲਪੇਟ ਕੇ ਅੱਗ ਲਗਾਈ ਚਾਂਦਨੀ ਚੌਕ ਦੇ ਵਿੱਚ। ਭਾਈ ਦਿਆਲਾ ਜੀ ਉਬਲਦੀ ਦੇਗ ਵਿੱਚ ਵਾਲੇ ਖਾ ਗਏ। ਉਹ ਪ੍ਰੇਮ ਹੈ ਔਰ ਸ਼ਰਧਾ ਹੈ। ਉਹ ਸੱਚਾ ਪ੍ਰੇਮ ਹੈ, ਸੱਚੀ ਸ਼ਰਧਾ ਹੈ। ਜਿਹੜਾ ਵਿਸ਼ਵਾਸ ਗਲਤ ਕਰ ਲੈਣਾ ਕਿਸੇ ਬੰਦੇ ਪਰ, ਜੇ ਮੈਂ ਇੱਕ ਕੁਰਸੀ ਨੂੰ ਮੇਜ਼ ਨੂੰ ਗੁਰੂ ਮੰਨ ਲਵਾਂ ਜਾਂ ਇੱਕ ਕੰਧ ਨੂੰ ਗੁਰੂ ਮੰਨ ਲਵਾਂ, ਤਾਂ ਉਹ ਗਲਤੀ ਮੇਰੀ ਹੈ, ਉਹਦੀ ਘੱਟ ਹੈ। ਉਹ ਬਲਾਈਂਡ ਫੇਥ ਹੁੰਦਾ ਹੈ। ਬਲਾਈਂਡ ਫੇਥ ਨਹੀਂ ਹੋਣਾ ਚਾਹੀਦਾ। ਗੁਰੂ ਸਾਨੂੰ ਟੋਲ ਕੇ ਪਹਿਲਾਂ ਬੁੱਧੀ ਨਾਲ ਵੀ ਇਹ ਪੂਰਾ ਗੁਰੂ ਹੈ ਜਾਂ ਨਹੀਂ ਹੈ, ਬੁੱਧੀ ਲੜਾਓ। ਜਦ ਪੂਰਾ ਗੁਰੂ ਮਿਲ ਗਿਆ ਫਿਰ ਬੁੱਧੀ ਨੂੰ ਪਾਸੇ ਸਿੱਟ ਦਿਓ। ਫਿਰ ਜੋ ਗੁਰੂ ਕਹਿ ਰਿਹਾ ਉਹਦੀ ਗੱਲ ਨੂੰ ਮੰਨੋ, ਆਪੇ ਬਚਾਊਗਾ। ਪੂਰਾ ਗੁਰੂ ਹੋਵੇ, ਗੁਰੂ ਬਲਾਈਂਡ ਨਾ ਹੋਵੇ। ਅਸੀਂ ਬੇਸ਼ੱਕ ਅੰਨੇ ਹੋਈਏ, ਫਿਰ ਚੱਲ ਜੂਗਾ ਕੰਮ, ਗੁਰੂ ਬਚਾ ਲੂਗਾ। ਜੇ ਗੁਰੂ ਹੀ ਅੰਨਾ ਹੋਊਗਾ ਅਸੀਂ ਤਾਂ ਪਹਿਲੇ ਹੀ ਅੰਨੇ, ਫਿਰ ਕੌਣ ਛਡਾਊ ਸਾਨੂੰ। ਇਸ ਕਰਕੇ ਸਾਧ ਸੰਗਤ ਜੀ, ਸ਼ਰਧਾ ਸੱਚੀ ਹੋਵੇ, ਵਿਸ਼ਵਾਸ ਸੱਚਾ ਹੋਵੇ। ਔਰ ਸ਼ਰਧਾ ਬਹੁਤ ਉੱਚੀ ਅਵਸਥਾ ਹੈ, ਅੰਨੀ ਹੁੰਦੀ ਹੈ ਬਿਲਕੁਲ ਦੋਹਾਂ ਅੱਖਾਂ ਤੋਂ। ਪ੍ਰੇਮ ਇੱਕ ਅੱਖ ਤੋਂ ਅੰਨਾ ਹੁੰਦਾ, ਥੋੜ੍ਹਾ ਬਹੁਤਾ ਉਹਦੇ 'ਚ ਹੁੰਦੀ ਹੈ ਗੁੰਜਾਇਸ਼ ਰੀਜਨਿੰਗ ਦੀ, ਦਲੀਲਬਾਜ਼ੀ ਥੋੜ੍ਹੀ ਬਹੁਤ। ਅਤੇ ਸਤਿਕਾਰ ਵਿੱਚ ਤਾਂ ਦਲੀਲ ਬਹੁਤ ਹੁੰਦੀ ਹੈ। ਉਂਝ ਸਤਿਕਾਰ ਆਪਾਂ ਬੜਿਆਂ ਦਾ ਕਰਦੇ ਹਾਂ, ਮਾਂ ਬਾਪ ਦਾ ਵੀ ਕਰਦੇ ਹਾਂ। ਉਹ ਚੀਜ਼ ਹੋਰ ਹੈ। ਸਤਿਕਾਰ ਤਾਂ ਤਿੰਨਾਂ ਗੁਣਾਂ 'ਚ ਵੀ ਹੁੰਦਾ ਹੈ। ਪ੍ਰੇਮ ਨਹੀਂ ਹੋ ਸਕਦਾ ਨਾ ਸ਼ਰਧਾ ਤਿੰਨਾਂ ਗੁਣਾਂ 'ਚ। ਇਹ ਚੌਥੇ ਗੁਣ ਦੀਆਂ ਦੋਨੋਂ ਵਿਸ਼ੇਸ਼ਤਾਈਆਂ। ਕਿਸੇ ਨੇ ਇੱਕ ਵਾਰ ਨਾਰਦ ਰਿਸ਼ੀ ਨੂੰ ਪੁੱਛ ਲਿਆ ਵੀ ਪ੍ਰੇਮ ਨੂੰ ਨਿਰੂਪਣ ਕਰੋ, ਪਰਿਭਾਸ਼ਾ ਉਹਦੀ ਕੀ ਹੈ। ਪ੍ਰੇਮ ਦਾ ਵਰਣਨ ਕਰੋ ਵੀ ਅਸਲ 'ਚ ਪ੍ਰੇਮ ਹੈ ਕਿਆ ਚੀਜ਼। ਤੋ ਨਾਰਦ ਜੀ ਕਹਿੰਦੇ, ਨਾਰਦ ਦੋ ਹੋਏ ਆ ਨਾ, ਇੱਕ ਨਾਰਦ ਤਾਂ ਹੈ ਜਿਹੜਾ ਚੁਗਲਖੋਰ ਸੀਗਾ, ਉਹ ਨਹੀਂ। ਜਿਹੜਾ ਰਿਸ਼ੀ ਨਾਰਦ ਹੈ, ਜਿਹਦਾ ਜ਼ਿਕਰ ਭਾਈ ਆਪਣਾ ਭਗਤ ਕਬੀਰ ਜੀ ਕਰ ਰਹੇ। ਭਗਤ ਨਾਰਦੀ ਹਿਰਦੈ ਨ ਆਈ, ਕਾਸ਼ ਕੋਸ਼ ਤਨ ਦੀਨਾ। ਉਹ ਨਾਰਦ ਇੱਕ ਭਗਤ ਹੋਇਆ, ਉਹਦੀ ਬਾਤ ਹੈ। ਉਹਨੂੰ ਪੁੱਛ ਲਿਆ ਕਿਸੀ ਨੇ ਬਈ ਪ੍ਰੇਮ ਦੀ ਪਰਿਭਾਸ਼ਾ ਦੱਸੋ ਜੀ ਕਿਆ ਹੈ। ਉਹ ਕਹਿੰਦਾ ਭਾਈ ਮੈਂ ਪਰਿਭਾਸ਼ਾ ਤਾਂ ਨਹੀਂ ਦੱਸ ਸਕਦਾ, ਪਰ ਮੈਂ ਇੱਕ ਤੁਹਾਨੂੰ ਮਿਸਾਲ ਦੇ ਸਕਦਾ, ਦੱਸੋ। ਮੈਂ ਨਹੀਂ ਕਹਿ ਸਕਦਾ ਵੀ ਪ੍ਰੇਮ ਕਿਆ ਹੈ, ਪਰ ਆਹ ਗੱਲ ਸੁਣੋ ਮੇਰੀ, ਤੁਸੀਂ ਸਮਝ ਜਾਓਗੇ ਇਸ ਤੋਂ।
ਕਹਿੰਦਾ ਵੀ ਕੋਈ ਪਤਨੀ ਆਪਣੇ ਪਤੀ ਨੂੰ ਕਿਸੇ ਗੈਰ ਦੀਆਂ ਬਾਹਾਂ ਵਿੱਚ ਦੇਖ ਲਵੇ, ਅਗਰ ਕੋਈ ਪਤਨੀ ਆਪਣੇ ਪਤੀ ਨੂੰ ਕਿਸੇ ਹੋਰ ਦੀਆਂ ਬਾਹਾਂ 'ਚ ਦੇਖ ਲਵੇ, ਕਿਸੇ ਹੋਰ ਔਰਤ ਦੀਆਂ, ਤਾਂ ਜਿਹੜਾ ਤਾਂ ਸੰਸਾਰੀ ਪਤਨੀ ਹੋਊਗੀ ਉਹ ਤਾਂ ਸੈਂਡਲ ਲਾ ਲੂਗੀ, ਦੋਹਾਂ ਦੇ ਲਾਊਗੀ ਮੂੰਹ ਪਰ ਚਪੇੜਾਂ, ਸੈਂਡਲ ਮਾਰੂਗੀ। ਜਿਹਨੂੰ ਪ੍ਰੇਮ ਹੈ ਆਪਣੇ ਪਤੀ ਦੇ ਨਾਲ, ਜਿਹੜਾ ਰੱਬ ਵੱਲੋਂ ਬਖਸ਼ਿਆ ਵਾ ਹੁੰਦਾ ਹੈ, ਉਹ ਉਸ ਗੱਲ ਨੂੰ ਬਰਦਾਸ਼ਤ ਕਰ ਜੂਗੀ, ਕਿਉਂਕਿ ਉਹਨੂੰ ਪ੍ਰੇਮ ਹੈ ਉਹਦੇ ਨਾਲ। ਉਹਨੇ ਪਤੀ ਦਾ ਔਗਣ ਨਹੀਂ ਦੇਖਣਾ, ਉਹਨੇ ਗੁਣ ਦੇਖਣਾ ਹੁੰਦਾ ਸਿਰਫ, ਵੀ ਇਹਨੂੰ ਕਹਿੰਦੇ ਪ੍ਰੇਮ। ਇਹ ਨਾਰਦ ਜੀ ਨੇ ਇਹਦੀ ਵਿਆਖਿਆ ਕਰੀ ਹੋਈ ਹੈ। ਸੋ ਜਿਹੜਾ ਪ੍ਰੇਮ ਹੈ ਉਹ ਸਤਿਕਾਰ ਔਰ ਸ਼ਰਧਾ ਦੇ ਵਿਚਾਲੇ ਦੀ ਕੜੀ ਹੈ। ਸਤਿਕਾਰ ਆਪ ਤੋਂ ਬੜੇ ਦਾ ਔਰ ਕਾਰਨ ਵੱਧ ਹੁੰਦਾ ਹੈ, ਪ੍ਰੇਮ ਦਾ ਕੋਈ ਕਾਰਨ ਹੁੰਦਾ ਹੈ, ਹੁੰਦਾ ਇਹ ਵੀ ਇੱਕ ਅੱਖ ਤੇ ਕਾਣਾ ਹੈ। ਸ਼ਰਧਾ ਬਿਲਕੁਲ ਅੰਨੀ ਹੁੰਦੀ ਹੈ, ਦੋਹਾਂ ਅੱਖਾਂ ਤੋਂ ਕਾਣੀ ਹੁੰਦੀ ਹੈ। ਉਂਝ ਵੈਸੇ ਲਗਭਗ ਪ੍ਰੇਮ ਔਰ ਸ਼ਰਧਾ ਇੱਕ ਜਿਹੀ ਸ਼ਬਦ ਹੈ, ਇਹਨਾਂ ਦੇ ਵਿੱਚ ਫਰਕ ਵੀ ਹੈਗਾ। ਜਿਹੜਾ ਅਟਮੋਸਟ ਪ੍ਰੇਮ ਹੈ, ਸਿਰੇ ਦੀ ਹੱਦ ਪ੍ਰੇਮ ਦੀ, ਉਹਨੂੰ ਸ਼ਰਧਾ ਕਿਹਾ ਜਾਂਦਾ। ਪ੍ਰੇਮ ਟੁੱਟ ਸਕਦਾ ਪਰ ਸ਼ਰਧਾ ਕਦੇ ਨਹੀਂ ਟੁੱਟਦੀ। ਪ੍ਰੇਮ ਕਦੇ ਨਾ ਕਦੇ ਟੁੱਟ ਸਕਦਾ ਹੈ ਗਲਤਫਹਿਮੀ 'ਚ, ਜੇ ਹੋ ਗਈ ਸ਼ਰਧਾ ਉਹ ਕਦੇ ਨਹੀਂ ਟੁੱਟੂਗੀ। ਉਹ ਆਪਣੇ ਬਲਾਤਕਾਰੀ ਜਿਹਨੂੰ ਉਹ ਗੁਰੂ ਕਹਿੰਦਾ ਹੋਵੇ ਉਹਨੂੰ ਵੀ ਕਹੂਗਾ ਵੀ ਨਹੀਂ ਨਹੀਂ ਲੋਕ ਗਲਤ ਕਹਿੰਦੇ, ਉਹ ਤਾਂ ਠੀਕ ਹੈ, ਉਹ ਅੰਨੀ ਸ਼ਰਧਾ ਹੋ ਜਾਂਦੀ ਹੈ ਫਿਰ। ਪ੍ਰੇਮ ਤਾਂ ਸਾਧ ਸੰਗਤ ਜੀ, ਉਹ ਜਦੋਂ ਸੁੰਦਰਤਾ ਗੁਆਚਦੀ ਹੈ ਨਾ ਕਿਸੇ ਪ੍ਰੇਮੀ ਦੀ ਜਾਂ ਪ੍ਰੇਮਕਾ ਦੀ, ਉਦੋਂ ਵੀ ਟੁੱਟਣ ਲੱਗ ਜਾਂਦਾ ਹੈ, ਗੁਆਚਣ ਲੱਗ ਜਾਂਦਾ ਪ੍ਰੇਮ। ਜੇ ਹੋਵੇ ਸ਼ਰਧਾ ਉਹ ਨਹੀਂ ਫਿਰ ਟੁੱਟਦੀ ਕਦੇ ਵੀ, ਚਾਹੇ ਬੁਢਾਪਾ ਵੀ ਆ ਜਾਏ, ਬਿਲਕੁਲ ਅੰਗ ਵੀ ਜਵਾਬ ਦੇਣ, ਹੱਥ ਪੈਰ ਵੀ ਜਵਾਬ ਦਿੰਦੇ ਹੋਵੇਂ, ਕਰੂਪ ਹੋ ਜਾਏ ਚਿਹਰਾ, ਝੁਰੜੀਆਂ ਪੈ ਜਾਏ, ਸ਼ਰਧਾ ਉਦੋਂ ਵੀ ਬਣੀ ਰਹਿੰਦੀ ਹੈ। ਪ੍ਰੇਮ ਬੇਸ਼ੱਕ ਟੁੱਟ ਜਾਏ। ਸ਼ਰਧਾ ਤਰਕ ਰਹਿਤ ਹੁੰਦੀ ਹੈ, ਤਰਕ ਕੋਈ ਨਹੀਂ ਚੱਲਦਾ ਸ਼ਰਧਾ ਦੇ ਵਿੱਚ, ਸਤਿਕਾਰ ਵਿੱਚ ਚੱਲਦੇ ਆ ਤਰਕ। ਇਹ ਚੀਜ਼ ਸਮਝਣ ਵਾਲੀ ਹੈ ਗੁਰਬਾਣੀ ਦੀ, ਵੀ ਜਿਹੜਾ ਪ੍ਰੇਮ ਹੈ ਇਹ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਸਾਨੂੰ ਬਖਸ਼ਿਸ਼ ਵਿੱਚ ਮਿਲਦਾ। ਆਪਾਂ ਪ੍ਰੇਮ ਨਹੀਂ ਕਰ ਸਕਦੇ, ਜਿਹਨੂੰ ਆਪਾਂ ਪ੍ਰੇਮ ਕਹਿੰਦੇ ਉਹ ਆਸਕਤੀ ਕਹਿ ਸਕਦੇ ਹਾਂ, ਉਹਨੂੰ ਪ੍ਰੇਮ ਨਹੀਂ ਹੈ ਉਹ। ਗੁਰੂ ਮਹਾਰਾਜ ਨੇ ਇਸੀ ਕਰਕੇ ਤਾਂ ਕਿਹਾ ਦਸ਼ਮੇਸ਼ ਜੀ ਨੇ ਵੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਪ੍ਰੇਮ ਬੰਦਾ ਥੋੜ੍ਹੀ ਕਰ ਸਕਦਾ, ਵੀ ਗੁਰੂ ਵੱਲੋਂ ਬਖਸ਼ਿਆ ਵਾ ਹੋਊਗਾ ਤਾਂ ਪ੍ਰੇਮ ਕਰੂਗਾ। ਅਸੀਂ ਲਾਈਟਲੀ ਲੈਂਦੇ ਗੁਰਬਾਣੀ ਨੂੰ, ਹਰ ਗੱਲ ਨੂੰ ਲਾਈਟਲੀ 'ਚ ਹੈ ਹੀ ਨਹੀਂ। ਗੁਰਬਾਣੀ ਤਾਂ ਬਹੁਤ ਡੂੰਘੇਰੀ ਹੈ, ਬਹੁਤ ਗੂੜ੍ਹ ਹੈ, ਬਹੁਤ ਗਹਿਨ ਹੈ। ਤੋ ਗੁਰੂ ਤੋਂ ਬਿਨਾਂ ਪ੍ਰੇਮ ਨਹੀਂ ਕਿਸੇ ਨੂੰ ਵੀ ਮਿਲਦਾ। ਬਿਨ ਪੈ ਕਿਨੈ ਨਾ ਪ੍ਰੇਮ ਪਾਇਆ, ਬਿਨ ਪੈ ਪਾਰ ਨਾ ਉਤਰਿਆ ਕੋਈ। ਔਰ ਇਹ ਪ੍ਰੇਮ ਕਿੱਥੋਂ ਮਿਲਦਾ ਗੁਰੂ ਤੋਂ? ਗੁਰੂ ਦੇ ਨਿਰਮਲ ਭਉ ਚੋਂ। ਜਿਹਨੂੰ ਨਿਰਮਲ ਭਉ ਨਹੀਂ ਪਿਆ, ਕਦੇ ਭੇਂਟ ਨਹੀਂ ਹੋਈ ਗੁਰੂ ਦੀ, ਉਹਨੂੰ ਪ੍ਰੇਮ ਮਿਲੇ ਨਹੀਂ ਸਕਦਾ ਕਦੇ। ਦੁਨੀਆਦਾਰੀ ਹੈ ਉਹ ਜਿਹੜਾ ਪ੍ਰੇਮ ਆਪਾਂ ਕਹਿੰਦੇ ਹਾਂ, ਉਹ ਤਾਂ ਲੈ ਦੇ ਹੁੰਦੀ ਹੈ। ਔਰ ਭੈ ਤੋਂ ਬਿਨਾਂ ਕੋਈ ਪਾਰ ਨਹੀਂ ਜਾ ਸਕਦਾ, ਨਿਰਮਲ ਭਉ ਤੋਂ ਬਿਨਾਂ। ਸੰਸਾਰੀ ਭਉ ਹੋਰ ਹੈ, ਨਿਰਮਲ ਭਉ ਹੋਰ ਹੈ। ਨਿਰਮਲ ਭਉ ਬਹੁਤ ਉਸਾਰੂ ਹੈ ਔਰ ਵਧੀਆ ਹੈ, ਨਿੱਗਰ ਹੈ। ਜਿਹੜਾ ਦੁਨਿਆਵੀ ਭੈ ਹੈ ਇਹ ਤਾਂ ਮਨ ਦਾ ਹੀ ਬਾਬੇਲਾ ਹੁੰਦਾ ਹੈ, ਔਰ ਹੌਲਾ ਹੁੰਦਾ ਹੈ, ਨੀਚ ਹੁੰਦਾ ਹੈ। ਇਹਦੇ ਵਿੱਚ ਤਾਂ ਬੰਦਾ ਜਾਂ ਤਾਂ ਬਹੁਤ ਡਰ ਜੂਗਾ, ਹੀਣ ਭਾਵਨਾ ਵਿੱਚ ਚਲੇ ਜਾਂਦਾ, ਜਾਂ ਫਿਰ ਭੈ ਦਿੰਦਾ ਦੂਜੇ ਨੂੰ, ਭੈ ਦੂਜੇ ਨੂੰ ਦਊਗਾ ਵੀ ਜਾਂ ਭੈ ਸਹਿਣ ਲੱਗ ਜੂਗਾ। ਜਿਹੜਾ ਨਿਰਮਲ ਭਉ ਹੈ ਉਹ ਨਾ ਭੈ ਦਿੰਦਾ ਕਿਸੇ ਨੂੰ, ਨਾ ਭੈ ਸਹਿੰਦਾ। ਭੈ ਕਾਹੂ ਕੋ ਦੇਤ ਨੈ, ਨਹਿ ਭੈ ਮਾਨ ਤਾਨ। ਤੋ ਨਿਰਮਲ ਭਉ ਬਹੁਤ ਉੱਚੀ ਚੀਜ਼ ਹੈ। ਜਿਹੜਾ ਦੁਨੀਆ ਦਾ ਭੈ ਹੈ ਉਹ ਕਈ ਦਫਾ ਤਾਂ ਬਿਲਕੁਲ ਬਿਨਾਂ ਹੀ ਕਾਰਨ ਤੋਂ ਹੁੰਦਾ, ਐਵੇਂ ਡਰੀ ਜਾਂਦਾ ਬੰਦਾ ਕਈ ਵਾਰ ਵੀ ਇੱਥੇ ਕੋਈ ਸ਼ੇਰ ਹੈ, ਵਗੈਰਾ ਕੋਈ ਆ ਗਿਆ, ਹੁੰਦਾ ਕੁਛ ਵੀ ਨਹੀਂ ਕਈ ਵਾਰੀ। ਤੋ ਇਹ ਵੀ ਨਿਰਮਲ ਭਉ ਔਰ ਭਉ ਦਾ ਵੀ ਬਹੁਤ ਗੁਰਬਾਣੀ 'ਚ ਜ਼ਿਕਰ ਆਉਂਦਾ। ਕਿਤੇ ਉਹੀ ਭਉ ਜਾਂ ਭੈ ਸ਼ਬਦ ਨਿਰਮਲ ਭਉ ਖਾਤਰ ਵਰਤਿਆ ਹੋਇਆ, ਕਿਤੇ ਉਹੀ ਆਮ ਸੰਸਾਰੀ ਭੈ ਖਾਤਰ ਵਰਤਿਆ ਹੋਇਆ। ਉਹ ਫਿਰ ਕੰਟੈਕਸਟ ਦੇਖਣਾ ਪੈਂਦਾ ਗੁਰਬਾਣੀ ਦਾ, ਬਿਹਾਇੰਡ ਦੀ ਲਾਈਨ ਜਾਣਾ ਪੈਂਦਾ। ਹੁਣ ਜਿਵੇਂ ਆਹ ਹੈ, ਬਿਨ ਭੈ ਕਿਸੇ ਕਿਨੈ ਨਾ ਪ੍ਰੇਮ ਪਾਇਆ, ਬਿਨ ਭੈ ਪਾਰ ਨਾ ਉਤਰਿਆ ਕੋਈ। ਇਹ ਭੈ ਸੰਸਾਰੀ ਦੀ ਗੱਲ ਨਹੀਂ ਹੋ ਰਹੀ ਉਰੇ, ਭੈ ਨਿਰਮਲ ਭਉ। ਜਿਹਨੂੰ ਨਿਰਮਲ ਭਉ ਪੈ ਗਿਆ ਗੁਰੂ ਦੀ ਭੇਂਟ ਤੋਂ ਬਾਅਦ, ਉਹਨੂੰ ਹੀ ਪ੍ਰੇਮ ਮਿਲਣਾ, ਨਹੀਂ ਮਿਲ ਸਕਦਾ। ਤੋ ਇਹ ਜਦੋਂ ਇਹ ਪ੍ਰੇਮ ਜਾਗ ਪਿਆ, ਅੰਦਰ ਆ ਗਿਆ, ਗੁਰੂ ਦੇ ਦੁਆਰਾ ਬਖਸ਼ਿਸ਼ ਹੋ ਗਿਆ, ਫੇਰ ਵਰਤਦੀ ਅਸਲੀ ਕਲਾ। ਐਵੇਂ ਨਹੀਂ ਬੰਦ ਬੰਦ ਕਟਾ ਹੁੰਦੇ,
ਐਵੇਂ ਨਹੀਂ ਖੰਡਾ ਖੜਕਾ ਹੁੰਦਾ। ਕਿੰਨਾ ਭਾਰੀ ਖੰਡਾ 75 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਖੜਕਾਇਆ। ਉਹ ਕਿਤੇ ਐਵੇਂ ਖੜਕਾ ਹੋ ਗਿਆ? ਪ੍ਰੇਮ ਮਿਲਿਆ ਵਾ ਸੀ ਗੁਰੂ ਤੇ, ਸ਼ਰਧਾ ਸੀ ਉਹਨਾਂ ਦੀ, ਸੱਚੀ ਸ਼ਰਧਾ ਨਾਲ। ਇਹ ਨਹੀਂ ਵੀ ਉਹ ਐਵੇਂ ਸੀਗੀ। ਨਹੀਂ ਤਾਂ ਇਸ ਉਮਰ ਵਿੱਚ ਤਾਂ ਨਾਮ ਜਪਦੇ ਹੁੰਦੇ ਲੋਕ, ਲੜਾਈਆਂ ਝਗੜੇ ਤਾਂ ਜਵਾਨੀ 'ਚ ਹੁੰਦੇ। ਜਦੋਂ ਉਹ ਜਵਾਨੀ 'ਚ ਸੀਗੇ ਅਨੰਦਪੁਰ ਸਾਹਿਬ, ਗੁਰੂ ਸਾਹਿਬ ਨੇ ਉਹਨਾਂ ਨੂੰ ਪਹਿਲਾਂ ਹੀ ਉੱਥੇ ਭੇਜ ਦਿੱਤਾ। ਉਹਨਾਂ ਤੋਂ ਡਿਊਟੀ ਹੋਰ ਲੈਣੀ ਸੀ, ਜੰਗਾਂ ਯੁੱਧਾਂ ਤੋਂ ਪਾਸੇ ਕਰਕੇ ਉਹਨਾਂ ਨੂੰ ਉੱਧਰ ਭੇਜ ਦਿੱਤਾ, ਦਮਦਮਾ ਸਾਹਿਬ, ਤਲਵੰਡੀ ਸਾਬੋ। ਉੱਥੇ ਰਹਿ ਕੇ ਉਹਨਾਂ ਨੇ ਫਿਰ 4 ਉਤਾਰੇ ਵੀ ਕਰੇ ਗੁਰੂ ਗ੍ਰੰਥ ਸਾਹਿਬ ਜੀ ਦੇ। ਉਹ ਸੇਵਾ ਲਈ ਉਹਨਾਂ ਨੇ। ਉਹ ਵਿਦਵਾਨ ਵੀ ਸਿਰੇ ਦੇ ਸੀਗੇ, ਲੇਕਿਨ ਜਦ ਜ਼ਰੂਰਤ ਪਈ ਤਾਂ ਫਿਰ ਗੁਰੂ ਸਾਹਿਬ ਨੇ ਸੇਵਾ ਵੀ ਲਈ, ਖੰਡਾ ਖੜਕਾਇਆ, ਜਾਨਕਾਂ ਦੇ ਨਾਲ ਮੁਕਾਬਲਾ ਕਰਿਆ, ਅਰਦਾਸ ਕਰਕੇ ਚੱਲੇ ਸੀਗੇ, ਸੀਸ ਪਰਿਕਰਮਾ ਦੇ ਵਿੱਚ ਰੱਖਿਆ ਆ ਕੇ। ਤਾਂ ਉਹ ਪ੍ਰੇਮ ਔਰ ਸ਼ਰਧਾ ਹੁੰਦੀ ਹੈ। ਅਸੀਂ ਤਾਂ ਬਹੁਤ ਛੋਟੇ ਬਣਾ ਲਿਆ ਇਹਨਾਂ ਸ਼ਬਦਾਂ ਨੂੰ। ਜਿਹੜੇ ਚੌਥੇ ਪਦ ਆ, ਪਰਮ ਪਦ ਦੇ ਸ਼ਬਦ ਹੈ, ਅਸੀਂ ਉਹਨਾਂ ਨੂੰ ਆਪਣੇ ਨਾਲ ਤ੍ਰੈਗੁਣੀਆਂ ਨੇ ਜੋੜ ਲਿਆ ਹੋਇਆ। ਔਰ ਇਹੀ ਪ੍ਰੇਮ ਜਿਹੜਾ ਇਹ ਅੰਗਰੇਜ਼ੀ 'ਚ ਲਵ ਕਹਾਉਂਦਾ ਹੈ। ਇਹਦੇ ਵੀ 3 ਕਿਸਮਾਂ ਸਾਧ ਸੰਗਤ। ਇੱਕ ਹੁੰਦਾ ਫਾਲ ਇਨ ਲਵ, ਇੱਕ ਹੁੰਦਾ ਬੀਇੰਗ ਇਨ ਲਵ, ਇੱਕ ਹੁੰਦਾ ਬੀਇੰਗ ਲਵ। ਫਾਲ ਇਨ ਲਵ ਕਿਸੇ ਦੀ ਸੁੰਦਰਤਾ ਦੇਖ ਕੇ ਮੋਹਿਤ ਹੋ ਜਾਣਾ, ਉਹਨੂੰ ਕਹਿੰਦੇ ਫਾਲ ਇਨ ਲਵ। ਇਹ ਤ੍ਰੈਗੁਣੀ ਹੈ। ਬੀਇੰਗ ਇਨ ਲਵ ਇਹ ਅੱਛੀ ਚੀਜ਼ ਹੈ, ਪ੍ਰੇਮ ਵਿੱਚ ਹੋਣਾ ਕਿਸੇ ਦੇ ਨਾਲ, ਇਹ ਗੁਰੂ ਵੱਲੋਂ ਬਖਸ਼ਿਸ਼ ਹੁੰਦਾ ਹੈ। ਬੀਇੰਗ ਲਵ ਖੁਦ ਪ੍ਰੇਮ ਹੋ ਜਾਣਾ। ਪ੍ਰੇਮ ਪਰਮਾਤਮਾ ਦਾ ਦੂਜਾ ਰੂਪ ਹੈ। ਖੁਦ ਪਰਮਾਤਮਾ ਹੀ ਬਣ ਜਾਣਾ, ਖੁਦ ਲਵ ਬਣ ਜਾਣਾ, ਇਹ ਸਭ ਤੋਂ ਸਿਖਰ ਹੈ। ਇਹਦੇ ਵਿੱਚ ਸ਼ਰਧਾ ਆ ਜਾਂਦੀ ਹੈ। ਚਲੋ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਤਰੁੱਟੀਆਂ ਉਕਾਈਆਂ ਰਹਿ ਜਾਂਦੀਆਂ ਸਾਧ ਸੰਗਤ ਜੀ। ਉਹ ਆਪਣੀ ਹਕੀਰ ਬੁੱਧੀ ਨਾਲ ਹੀ ਵਿਚਾਰ ਹੈ। ਕੋਈ ਪਰਫੈਕਟ ਤਾਂ ਹੈ ਹੀ ਨਹੀਂ ਹੈ। ਬੰਦਾ ਕੋਈ ਪਰਫੈਕਟ ਨਹੀਂ ਹੋ ਸਕਦਾ। ਸੰਤ ਹੋ ਸਕਦਾ ਹੈ ਜੇ ਉਹ ਤਾਂ, ਕਿਉਂਕਿ ਗੁਰੂ ਮਹਾਰਾਜ ਦਾ ਬਖਸ਼ਿਆ ਵਾ ਹੁੰਦਾ, ਉਹ ਵੀ ਜੇ ਪੂਰਾ ਹੋਵੇ। ਅਸੀਂ ਤਾਂ ਅੱਜ ਕੱਲ੍ਹ ਸੰਤਗਿਰੀ ਨੂੰ ਵੀ ਹੋਰੇ ਲਫ਼ਜ਼ਾਂ 'ਚ ਲਈ ਬੈਠੇ ਹਾਂ। ਗੋਲ ਪੱਗ ਵਾਲਿਆਂ ਨੂੰ ਹੀ ਕਹੀ ਜਾਂਦੇ ਸੰਤ, ਜਿਨ੍ਹਾਂ ਦੇ ਅੰਦਰ ਨਾਮ ਚੱਲਦਾ ਹੀ ਨਹੀਂ ਹੈ। ਹੋਰ ਬਹੁਤ ਸਾਰੇ ਔਗਣ ਆਪਾਂ ਨੂੰ ਦਿਖਦੇ ਵੀ ਹੁੰਦੇ, ਫਿਰ ਵੀ ਉਹਨਾਂ ਨੂੰ ਸੰਤ ਕਹੀ ਜਾਂਦੇ। ਉਹ ਵੀ ਸਾਡੀ ਇੱਕ ਖਾਮ ਖਿਆਲੀ ਹੁੰਦੀ ਹੈ। ਜਿਹੜਾ ਅਸਲੀ ਸੰਤ ਹੋਊਗਾ ਉਹ ਮੁਬਾਰਕ, ਉਹਦੇ ਚਰਨਾਂ ਨੂੰ ਪੈਣਾ ਵੀ ਬਹੁਤ ਵਧੀਆ ਗੱਲ। ਉਹ ਗੁਰਸਿੱਖ ਵੀ ਮੁਬਾਰਕ ਹੈ ਜਿਹੜਾ ਇਸ ਦਸ਼ਾ ਵਿੱਚ ਹੋਵੇ। ਤਾਂ ਚਲੋ ਦਿਓ ਆਗਿਆ, ਕਿਉਂਕਿ ਗਲਤੀ ਬੰਦਾ ਭੁੱਲਣਹਾਰ ਹੈ, ਕਰੇ ਲੈਂਦਾ ਕਦੇ ਨਾ ਕਦੇ, ਬੋਲਦਿਆਂ ਤੋਂ ਗਲਤੀ ਹੋ ਜਾਂਦੀ ਹੈ। ਬਖਸ਼ਿਓ, ਆਪ ਜੀ ਬਖਸ਼ਣਹਾਰ ਹੈ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ